ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦੀ ਸਾਡੀ ਕਲਾਸ ਦਾ ਵਿਸ਼ਾ ਸ਼ਬਦੀ ਵਿਚਾਰ ਹੈ। ਭਗਤ ਬਾਣੀ ਵਿੱਚੋਂ ਜਿਹੜੇ ਮੁਸ਼ਕਿਲ ਸ਼ਬਦ ਸਨ, ਉਹਨਾਂ ਸ਼ਬਦਾਂ ਨੂੰ ਅਸੀਂ ਚੁਣ ਕੇ ਉਹਦੀ ਵਿਚਾਰ ਆਪ ਜੀ ਦੇ ਨਾਲ ਹਰ ਸ਼ੁੱਕਰਵਾਰ ਸਾਂਝੀ ਕਰਦੇ ਹਾਂ। ਅੱਜ ਇਹ ਵਿਚਾਰ ਕਰਨ ਲਈ ਸਾਡੇ ਵਿੱਚ ਵੀਰ ਨਛੱਤਰ ਸਿੰਘ ਜੀ ਹੁਸ਼ਿਆਰਪੁਰ ਤੋਂ ਸ਼ਾਮਲ ਹਨ। ਅੱਜ ਉਹਨਾਂ ਦਾ ਸ਼ਬਦ ਹੈ ਹੀਲ ਰਵਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ, ਪਹਿਰ ਚੋਲਣਾ ਗਧਾ ਨਾਚੇ, ਭੈਂਸਾ ਭਗਤ ਕਰਾਵੇ, ਰਾਜਾ ਰਾਮ ਕੱਕਰੀ ਆਂਬਰੇ ਪਕਾਏ, ਕਿਨੈ ਬੂਝਣ ਹਾਰੇ ਖਾਏ। ਰਹਾਓ। ਇਹ ਸ਼ਬਦੀ ਵਿਚਾਰ ਹੈ ਵੀਰ ਨਛੱਤਰ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਨਛੱਤਰ ਸਿੰਘ ਜੀ ਨੂੰ ਅੱਜ ਦੀ ਸ਼ਬਦੀ ਵਿਚਾਰ ਆਰੰਭ ਕਰਨ ਜੀ। ਵੀਰ ਨਛੱਤਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਫੀਲ ਰਬਾਬੀ ਬਲਦ ਪਖਾਵਚ ਕਊਆ ਤਾਲ ਵਜਾਵੈ, ਪਹਿਰ ਚੋਲਨਾ ਗਧਾ ਨਾਚੈ, ਭੈਂਸਾ ਭਗਤ ਕਰਾਵੈ, ਰਾਜਾ ਰਾਮ ਕਕਰੀਆ ਬਰੇ ਪਕਾਏ, ਕਿਨੈ ਬੂਝਣ ਹਾਰੇ ਖਾਏ। ਰਹਾਉ। ਬੈਠ ਸਿੰਘ ਘਰ ਪਾਨ ਲਗਾਵੈ, ਕੀਸ ਗਲੋਰੀ ਲਿਆਵੈ, ਘਰ ਘਰ ਮੁਸਰੀ ਮੰਗਲ ਗਾਵੈ, ਕਛੂਆ ਸ਼ੰਖ ਬਜਾਵੈ, ਬੰਸ ਕੋ ਪੂਤ ਬਿਹਾਇਨ ਚੱਲਿਆ, ਸੋਇਨੇ ਮੰਡਪ ਛਾਏ, ਰੂਪ ਕੰਨਿਆ ਸੁੰਦਰ ਬੇਦੀ, ਸੱਸੇ ਸਿੰਘ ਗੁਣ ਗਾਏ, ਕਹਿਤ ਕਬੀਰ ਸੁਨੋ ਰੇ ਸੰਤੋ, ਕੀਟੀ ਪਰਵਤ ਖਾਇਆ, ਕਛੂਆ ਕਹੇ ਅੰਗਾਰ ਭੇ ਲੋਰੋ, ਲੂਕੀ ਸ਼ਬਦ ਸੁਣਾਇਆ, ਕਹਿਤ ਕਬੀਰ ਸੁਨੋ ਰੇ ਸੰਤੋ, ਕੀਟੀ ਪਰਵਤ ਖਾਇਆ, ਕਛੂਆ ਕਹੇ ਅੰਗਾਰ ਭੇ ਲੋਰੋ, ਲੋਕੀ ਸ਼ਬਦ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਚੱਲ ਰਹੀ ਕਲਾਸ ਵਿੱਚ ਸ਼ਾਮਲ ਗੁਰੂ ਪਿਆਰੇ ਸਤਸੰਗੀ ਜਨੋ, ਅੱਜ ਦਾ ਇਹ ਪਾਵਨ ਬਚਨ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 477 ਦੇ ਉੱਤੇ ਸੁਭਾਇਮਾਨ ਹੈ। ਇਸ ਪਾਵਨ ਬਚਨ ਦੇ ਅੰਦਰ ਭਗਤ ਕਬੀਰ ਜੀ ਮਨ ਦੀ ਇੱਕ ਅਵਸਥਾ ਤੋਂ ਦੂਸਰੀ ਅਵਸਥਾ ਤੱਕ ਲਿਜਾਣ ਦਾ ਨਜ਼ਰੀਆ ਸਾਡੇ ਸਨਮੁਖ ਪੇਸ਼ ਕਰ ਰਹੇ ਹਨ। ਭਗਤ ਕਬੀਰ ਜੀ ਰਹਾਉ ਵਾਲੇ ਬੰਦ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਨੇ, ਰਾਜਾ ਰਾਮ ਕਕਰੀਆਂ ਬਰੇ ਪਕਾਏ, ਕਿਨੈ ਬੂਝਣ ਹਾਰੇ ਖਾਏ। ਰਹਾਉ। ਭਗਤ ਕਬੀਰ ਜੀ ਆਖਦੇ ਨੇ, ਹੈ ਮੇਰੇ ਰਾਮ ਕਕਰੀਆਂ ਬਰੇ ਪਕਾਏ। ਕਕਰੀਆਂ ਦਾ ਅਰਥ ਹੈ ਖਖੜੀਆਂ, ਅੱਕ ਦੀਆਂ ਖਖੜੀਆਂ। ਅੱਕ ਦੀਆਂ ਖਖੜੀਆਂ ਤੋਂ ਭਗਤ ਕਬੀਰ ਜੀ ਕਹਿਣ ਲੱਗੇ ਪੱਕੇ ਅੰਬ ਜਿਹੜੇ ਨੇ ਉਹ ਪਕਾ ਦਿੱਤੇ। ਕਿੰਨੇ ਬੂਝਣ ਹਾਰੇ ਖਾਏ, ਪਰ ਇਹਨਾਂ ਅੰਬਾਂ ਨੂੰ ਉਹਨਾਂ ਨੇ ਹੀ ਖਾਧਾ ਜਿਹੜੇ ਵਿਚਾਰਵਾਨ ਸਨ।
ਜਿਨ੍ਹਾਂ ਨੇ ਬੁੱਝ ਲਿਆ ਇਸ ਗੱਲ ਨੂੰ। ਕਿਸੇ ਵਿਰਲੇ ਨੇ ਹੀ ਇਸ ਗੱਲ ਨੂੰ ਬੁੱਝਿਆ ਹੈ। ਇਹ ਪਾਵਨ ਬਚਨ ਜਿੱਥੇ ਵੱਖ-ਵੱਖ ਵਿਦਵਾਨਾਂ ਨੇ ਟੀਕਾ ਕਰਨ ਵਕਤ ਆਪਣੇ ਆਪਣੇ ਨਜ਼ਰੀਆ ਦੇ ਨਾਲ ਵਿਚਾਰ ਜਿਹੜੇ ਨੇ ਉਹ ਪੇਸ਼ ਕੀਤੇ ਨੇ, ਕਿਉਂਕਿ ਸ਼ਬਦ ਬਹੁਤ ਗੁੰਝਲਦਾਰ ਹੈ। ਭਗਤ ਕਬੀਰ ਜੀ ਨੇ ਇੱਕ ਮਨ ਦੀ ਅਵਸਥਾ ਨੂੰ ਸਾਡੇ ਸਨਮੁਖ ਰੱਖਿਆ ਹੈ। ਕੁਝ ਵਿਦਵਾਨਾਂ ਨੇ ਇਸ ਪਾਵਨ ਬਚਨ ਦੇ ਰਹਾਉ ਵਾਲੇ ਬੰਦ ਦਾ ਜਦੋਂ ਉਚਾਰਨ ਕਰਦੇ ਆ ਉੱਥੇ ਵੀ ਕੁਝ ਫਰਕ ਹੈ। ਕੁਝ ਵਿਦਵਾਨ ਜਿਹੜੇ ਨੇ ਆਪਣੇ ਟੀਕਾਕਾਰ ਦੇ ਵਿੱਚ ਲਿਖਦੇ ਹਨ, ਰਾਜਾ ਰਾਮ ਕਕਰੀ ਆਂਬਰੇ ਪਕਾਏ, ਕਿਨਹਿ ਬੂਝਣ ਹਾਰੇ ਖਾਏ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਦੋਂ ਇਹਦੇ ਅਰਥ ਲਿਖੇ ਨੇ ਤੇ ਉੱਥੇ ਜਿਹੜਾ ਉਚਾਰਨ ਹੈ ਉਹ ਹੈ ਰਾਜਾ ਰਾਮ ਕਕਰੀਆ ਬਰੇ ਪਕਾਏ, ਕਿੰਨੇ ਬੂਝਣ ਹਾਰੇ ਖਾਏ। ਤੇ ਜਦੋਂ ਆਪਾਂ ਰਾਰੇ ਨੂੰ ਬਰੇ ਦੇ ਨਾਲ ਅਗੇਤਰ ਲਾਉਂਦੇ ਹਾਂ, ਕਕਰੀ ਆਂਬਰੇ ਪਕਾਏ, ਤੇ ਫਿਰ ਉੱਥੇ ਬਹੁ ਬਚਨ ਜਿਹੜੇ ਨੇ ਉਹ ਮਿਲਦੇ ਨਹੀਂ ਹੈ। ਕਕਰੀ ਇੱਕ ਬਚਨ ਬਣ ਜਾਂਦਾ ਹੈ ਤੇ ਆਂਬਰੇ ਜਿਹੜਾ ਹੈ ਉਹ ਬਹੁ ਬਚਨ ਬਣ ਜਾਂਦਾ ਹੈ। ਕਕਰੀਆ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅੱਕ ਦੀਆਂ ਖਖੜੀਆਂ ਲਿਖੀਆਂ ਨੇ ਤੇ ਬਰੇ ਦਾ ਜਿਹੜਾ ਅਰਥ ਲਿਖਿਆ ਹੈ ਉਹ ਅੰਬ ਹੈ। ਕਹਿਣ ਤੋਂ ਭਾਵ ਕਿ ਭਾਵੇਂ ਅਸੀਂ ਕਿਸੇ ਵੀ ਨਜ਼ਰੀਏ ਤੋਂ ਲੈ ਲਈਏ ਵੀ ਕਕਰੀਆਂ ਤੋਂ ਬਰੇ ਪਕਾਉਣੇ ਤੇ ਜਾਂ ਫਿਰ ਅੱਕ ਦੀਆਂ ਖਖੜੀਆਂ ਤੋਂ ਅੰਬ ਪਕਾਉਣੇ, ਇਹ ਦੋਵੇਂ ਜਿਹੜੇ ਜਦੋਂ ਆਪਾਂ ਅਰਥ ਲੈਂਦੇ ਹਾਂ ਤੇ ਇਹਦੇ ਡੂੰਘੇ ਅਰਥ ਇਹ ਬਣਦੇ ਨੇ ਕਿ ਮਨ ਦੀ ਜਿਹੜੀ ਅਵਸਥਾ ਸੀ ਉਹ ਭੈੜੀ ਹਾਲਾਤ ਦੇ ਵਿੱਚੋਂ ਨੀਵੇਂ ਪੱਧਰ ਤੋਂ ਉਹ ਉੱਪਰ ਵਾਲੇ ਪਾਸੇ ਨੂੰ ਚਲੀ ਗਈ। ਤੇ ਜਦੋਂ ਆਪਾਂ ਅਰਥ ਕਰਦੇ ਹਾਂ ਨਾ, ਰਾਜਾ ਰਾਮ ਐ ਮੇਰੇ ਸੋਹਣੇ ਰਾਮ, ਕਕਰੀਆਂ ਬਰੇ ਪਕਾਏ, ਅੱਕ ਦੀਆਂ ਖਖੜੀਆਂ ਤੋਂ ਜਿਹੜੇ ਸਨ ਉਹ ਅੰਬ ਪਕਾ ਦਿੱਤੇ। ਭਾਵ ਕਿਉਂਕਿ ਕਕਰੀਆਂ ਜਿਹੜੀਆਂ ਨੇ ਉਹ ਬੜੀਆਂ ਕੌੜੀਆਂ ਹੁੰਦੀਆਂ ਨੇ ਤੇ ਅੰਬ ਜਿਹੜੇ ਨੇ ਉਹ ਬੜੇ ਮਿੱਠੇ ਹੁੰਦੇ ਨੇ। ਪਰ ਭਗਤ ਕਬੀਰ ਜੀ ਕਹਿੰਦੇ ਨੇ ਕਿਸੇ ਬਿਰਲੇ ਨੇ ਹੀ ਇਹਨਾਂ ਨੂੰ ਖਾਧਾ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਬੁੱਝ ਲਿਆ ਹੈ। ਤੇ ਭਗਤ ਕਬੀਰ ਜੀ ਇਸ ਪਾਵਨ ਬਚਨ ਦੇ ਵਿੱਚ ਨਿਵਾਣ ਅਵਸਥਾ ਦੇ ਵਿੱਚ ਗਏ ਹੋਏ ਮਨ ਨੂੰ ਉਚਾਈ ਵਾਲੇ ਅਵਸਥਾ ਦੇ ਵਿੱਚ ਲੈ ਕੇ ਸਾਡੀ ਅਗਵਾਈ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵੀ ਪਾਵਨ ਬਚਨ ਹੈ। ਕਹਿੰਦੇ ਨੇ ਵੀ ਖਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ, ਬਿਰਹਾ ਵਿਛੋੜਾ ਧਨੀ ਸਿਉ, ਨਾਨਕ ਸਹਿਸੇ ਗੰਠ। ਸਤਿਗੁਰੂ ਮਹਾਰਾਜ ਕਹਿੰਦੇ ਨੇ ਖਖੜੀਆਂ ਜਿਹੜੀਆਂ ਅੱਕ ਦੀ ਨਾਲ ਲੱਗੀਆਂ ਹੋਈਆਂ ਨੇ, ਟਾਹਣੀ ਦੇ ਨਾਲ ਲੱਗੀਆਂ ਹੋਈਆਂ ਨੇ। ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ, ਨੌਜਵਾਨ ਪਸ਼ੂ ਚਾਰਨ ਵਾਸਤੇ ਬਾਹਰ ਜਾਂਦੇ ਸਨ ਤੇ ਉਸ ਵਕਤ ਉਹ ਅੱਕ ਦੇ ਉਹਨਾਂ ਟਾਹਣੀਆਂ ਦੇ ਨਾਲੋਂ ਲੱਗੀਆਂ ਹੋਈਆਂ ਖਖੜੀਆਂ ਜਿਹੜੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਦੇਖਣ ਨੂੰ, ਉਹਨੂੰ ਤੋੜ ਲੈਂਦੇ ਸਨ। ਤੋੜਨ ਤੋਂ ਬਾਅਦ ਉਹਨਾਂ ਨੂੰ ਨਿੱਕੇ ਨਿੱਕੇ ਖੂੰਦੇ ਬਣ ਜਾਂਦੇ ਸਨ ਉਹਨਾਂ ਦੇ, ਤੇ ਹਵਾ ਦੇ ਵਿੱਚ ਉਹਨਾਂ ਨੂੰ ਛੱਡ ਦਿੱਤੇ ਜਾਂਦੇ ਸੀ। ਇਹ ਇੱਕ ਖੇਡ ਦੇ ਰੂਪ ਦੇ ਵਿੱਚ ਨੌਜਵਾਨ ਕਰਦੇ ਸਨ ਤੇ ਉਹ ਰੂੰ ਦੇ ਖੂੰਦੇ ਬਣੇ ਹੋਏ ਉਸ ਖਖੜੀਆਂ ਦੇ ਉਹ ਹਵਾ ਦੇ ਵਿੱਚ ਤੈਰਦੇ ਸਨ ਤੇ ਜਿੱਧਰ ਨੂੰ ਹਵਾ ਦਾ ਝੋਂਕਾ ਜਾਂਦਾ ਸੀ ਉਧਰਲੇ ਪਾਸੇ ਨੂੰ ਉਹ ਰੂੰ ਦੇ ਖੂੰਦੇ ਜਿਹੜੇ ਸਨ ਚਲੇ ਜਾਂਦੇ ਸਨ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਉਣਾ ਕੀਤਾ ਵੀ ਉਹ ਖਖੜੀਆਂ ਜਿਹੜੀਆਂ ਅੱਕ ਦੇ ਟਾਹਣੀ ਦੇ ਨਾਲ ਲੱਗੀਆਂ ਹੋਈਆਂ ਸੋਹਣੀਆਂ ਲੱਗਦੀਆਂ ਸਨ, ਪਰ ਜਦੋਂ ਉਹਨਾਂ ਦਾ ਵਿਛੋੜਾ ਪੈ ਗਿਆ ਤੇ ਉਹਨਾਂ ਦੇ ਹਜ਼ਾਰਾਂ ਹੀ ਭਾਗ ਹੋ ਗਏ, ਨਿੱਕੇ ਨਿੱਕੇ ਖੂੰਦੇ ਬਣ ਗਏ ਤੇ ਉਹ ਹਵਾ ਦੇ ਵਿੱਚ ਤੈਰਨ ਲੱਗ ਪਏ ਤੇ ਜਿੱਧਰ ਨੂੰ ਹਵਾ ਦਾ ਝੋਂਕਾ ਆਉਂਦਾ ਉਧਰ ਨੂੰ ਚਲੇ ਜਾਂਦੇ ਨੇ। ਸਤਿਗੁਰੂ ਮਹਾਰਾਜ ਵੀ ਇੱਥੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਦੇ ਨੇ ਵੀ ਇਹ ਮਨ, ਜੇਕਰ ਤੂੰ ਵੀ ਮਾਲਕ ਪਰਮੇਸ਼ਰ ਦੇ ਨਾਲ ਜੁੜਿਆ ਰਹੇਗਾ ਤੇ ਫਿਰ ਤੇ ਤੂੰ ਉਚਾਈ ਵਾਲੇ ਪਾਸੇ ਜਾਵੇਂਗਾ, ਪਰ ਜੇ ਤੂੰ ਮਾਲਕ ਦੇ ਨਾਲੋਂ ਟੁੱਟ ਗਿਆ ਤੇ ਫਿਰ ਤੇਰਾ ਵੀ ਹਾਰ ਉਹਨਾਂ ਖਖੜੀਆਂ ਦੇ ਉਹਨਾਂ ਰੂਹ ਦੇ ਖੂੰਦਿਆਂ ਵਰਗਾ ਹੋ ਜਾਣਾ ਹੈ ਵੀ ਜਿੱਧਰ ਨੂੰ ਹਵਾ ਦਾ ਝੋਂਕਾ ਆਇਆ ਉਧਰਲੇ ਪਾਸੇ ਨੂੰ ਉਹਨੇ ਤੁਰ ਪੈਣਾ ਹੈ। ਮਨ ਜਿਹੜਾ ਹੈ ਉਹਦੀ ਅਵਸਥਾ ਵੀ
ਸਤਿਗੁਰੂ ਮਹਾਰਾਜ ਨੇ ਇਹੋ ਜਿਹੀ ਬਿਆਨ ਕੀਤੀ ਹੈ। ਸਾਹਿਬ ਕਹਿੰਦੇ ਨੇ, ਕਬਹੂ ਜਿਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਹ ਮਨ ਜਿਹੜਾ ਹੈ ਕਦੀ ਬੜਾ ਉਚਾਈ ਵੱਲ ਚਲਾ ਜਾਂਦਾ ਹੈ ਤੇ ਕਦੀ ਇਹ ਮਨ ਜਿਹੜਾ ਹੈ ਉਹ ਬੜੇ ਡੂੰਘੇ ਖੱਡ ਦੇ ਵਿੱਚ ਚਲਾ ਜਾਂਦਾ ਹੈ। ਪਰ ਜੇਕਰ ਇਹ ਮਨ ਲੋਭ ਦੇ ਵਿੱਚੋਂ ਨਿਕਲ ਜਾਵੇ, ਕਿਉਂਕਿ ਇਹ ਮਨ ਲੋਭੀ ਹੈ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਇਹ ਲੋਭੀ ਮਨ ਜਿਹੜਾ ਹੈ ਉਹ ਇੱਕ ਜਗ੍ਹਾ ਦੇ ਉੱਤੇ ਟਿਕਦਾ ਨਹੀਂ ਹੈ, ਇਹ ਚਾਰੇ ਪਾਸੇ ਘੁੰਮਦਾ ਘੁਮਾਉਂਦਾ ਰਹਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜੇ ਇਸ ਮਨ ਨੂੰ ਮਾਲਕ ਦੇ ਨਾਲ ਜੁੜ ਜਾਵੇ ਤੇ ਪਰਤ ਕੇ ਫਿਰ ਇਸ ਸਥਿਰ ਅਵਸਥਾ ਦੇ ਵਿੱਚ ਆ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਮੂਲ ਪਛਾਣੇ ਤਾਂ ਸਹੁ ਜਾਣੇ, ਮਰਨ ਜੀਵਨ ਕੀ ਸੋਝੀ ਹੋਈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਐ ਮਨ, ਤੂੰ ਉਸ ਮਾਲਕ ਦਾ ਸਰੂਪ ਹੈ, ਉਹਦੇ ਨਾਲੋਂ ਟੁੱਟ ਕੇ ਆਇਆ ਤੇ ਤੂੰ ਆਪਣੇ ਮੂਲ ਨੂੰ ਪਛਾਣਨਾ ਸ਼ੁਰੂ ਕਰ। ਜੇ ਤੂੰ ਮੂਲ ਨੂੰ ਪਛਾਣ ਲਵੇਂਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਮਾਲਕ ਦੇ ਨਾਲ ਜੁੜ ਜਾਏਗਾ, ਕਿਉਂਕਿ ਉਹ ਮਾਲਕ ਤੇ ਤੇਰੇ ਨਾਲ ਹੀ ਹੈ। ਗੁਰਮਤੀ ਰੰਗਮਾਨ, ਗੁਰੂ ਦੀ ਸਿੱਖਿਆ ਦੇ ਰਾਹੀਂ ਮਾਲਕ ਪਰਮੇਸ਼ਰ ਦੇ ਸਾਥ ਦਾ ਰੰਗ ਜਿਹੜਾ ਹੈ ਉਹ ਤੂੰ ਮਾਣ ਲਵੇਂਗਾ। ਤੇ ਜਦੋਂ ਤੂੰ ਮੂਲ ਨੂੰ ਪਰਮੇਸ਼ਰ ਨੂੰ ਪਛਾਣ ਲਏਗਾ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇਰੇ ਜੀਵਨ ਦੇ ਅੰਦਰ ਮਰਨ ਤੇ ਜੀਵਨ ਉਹਦੀ ਸੋਝੀ ਜਿਹੜੀ ਹੈ ਉਹ ਆ ਜਾਵੇਗੀ। ਸਤਿਗੁਰੂ ਮਹਾਰਾਜ ਨੇ ਜਿੱਥੇ ਮਨ ਦੇ ਸੰਬੰਧ ਵਿੱਚ ਹੋਰ ਬਹੁਤ ਸਾਰੇ ਪ੍ਰਮਾਣ ਦੇ ਕਰਕੇ ਸਾਡੇ ਸਨਮੁਖ ਇਹ ਗੱਲ ਰੱਖੀ ਹੈ ਵੀ ਮਨ ਜਿਹੜਾ ਹੈ ਉਹ ਆਪਣੇ ਆਪ ਨਿਵਾਣ ਵਾਲੇ ਪਾਸੇ ਜਾਂਦਾ ਹੈ, ਗਲਤ ਪ੍ਰਵਿਰਤੀਆਂ ਵਾਲੇ ਪਾਸੇ ਜਾਂਦਾ ਹੈ। ਜੇ ਇਹੀ ਮਨ ਗੁਰੂ ਦੇ ਨਾਲ ਜੁੜ ਜਾਵੇ ਤੇ ਇਹ ਮਨ ਜਿਹੜਾ ਹੈ ਉਚਾਈ ਵਾਲੇ ਪਾਸੇ ਚਲਾ ਜਾਂਦਾ ਹੈ। ਤੇ ਇਹ ਗੱਲ ਕੇਵਲ ਤੇ ਕੇਵਲ ਉਹੀ ਮਨੁੱਖ ਸਮਝ ਸਕਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਪਰਮੇਸ਼ਰ ਦੇ ਨਾਲ ਜੁੜ ਜਾਏ। ਤੇ ਭਗਤ ਕਬੀਰ ਜੀ ਵੀ ਰਹਾਉ ਵਾਲੇ ਬੰਦ ਵਿੱਚ ਸਾਡੇ ਸਨਮੁਖ ਇਹੀ ਗੱਲ ਰੱਖਦੇ ਨੇ, ਰਾਜਾ ਰਾਮ ਕਕਰੀਆਂ ਬਰੇ ਪਕਾਏ, ਕਿਨੇ ਬੂਝਣ ਹਾਰੇ ਖਾਏ, ਐ ਮੇਰੇ ਸੋਹਣੇ ਰਾਮ, ਤੂੰ ਅੱਕ ਦੀਆਂ ਖਖੜੀਆਂ ਤੋਂ ਮੇਰੇ ਮਨ ਨੂੰ ਜਿਹੜਾ ਹੈ ਉਹ ਅੰਬ ਬਣਾ ਦਿੱਤਾ। ਭਾਵ ਮੇਰਾ ਮਨ ਜਿਹੜਾ ਬੜਾ ਚੰਚਲ ਸੀ, ਜਿਹੜਾ ਮੇਰਾ ਮਨ ਬੜਾ ਨਿਵਾਣ ਵਾਲੇ ਪਾਸੇ ਗਿਆ ਹੋਇਆ ਸੀ, ਗਲਤ ਪ੍ਰਵਿਰਤੀਆਂ ਦੇ ਵਿੱਚ ਫਸਿਆ ਹੋਇਆ ਸੀ, ਉਹ ਹੁਣ ਪੱਕੇ ਹੋਏ ਅੰਬ ਵਰਗਾ ਬਣ ਗਿਆ, ਰਸਦਾਇਕ ਬਣ ਗਿਆ, ਇਹਨੂੰ ਰਸ ਆਉਣ ਲੱਗ ਪਿਆ ਕਿਉਂਕਿ ਇਹ ਮਾਲਕ ਦੇ ਨਾਲ ਜੁੜ ਗਿਆ। ਤੇ ਭਗਤ ਕਬੀਰ ਜੀ ਪਹਿਲੇ ਬੰਦ ਦੇ ਅੰਦਰ ਫਿਰ ਸਾਡੇ ਸਨਮੁਖ ਕੁਝ ਉਦਾਹਰਨਾਂ ਰੱਖਦੇ ਨੇ, ਉਦਾਹਰਨਾਂ ਦੇ ਕੇ ਸਮਝਾਉਣਾ ਕਰਦੇ ਨੇ ਕਿ ਮਨ ਕਿਸ ਕਿਸ ਅਵਸਥਾ ਦੇ ਵਿੱਚ ਵਸਿਆ ਹੋਇਆ ਸੀ ਤੇ ਹੁਣ ਗੁਰੂ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ, ਪਰਮੇਸ਼ਰ ਦੇ ਨਾਲ ਜੁੜ ਕਰਕੇ ਇਹਦੀ ਅਵਸਥਾ ਕਿਵੇਂ ਦੀ ਬਣ ਗਈ ਹੈ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਵੀ ਅਨੇਕਾਂ ਜਗ੍ਹਾ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਜੀਵ ਜੰਤੂਆਂ ਦੀ ਉਦਾਹਰਨ ਦੇ ਕਰਕੇ ਤੇ ਸਾਨੂੰ ਸਮਝਾਉਣਾ ਕੀਤਾ। ਤੇ ਇੱਥੇ ਭਗਤ ਕਬੀਰ ਜੀ ਵੀ ਪਹਿਲੇ ਬੰਦ ਵਿੱਚ ਇਹੀ ਗੱਲ ਕਹਿੰਦੇ ਨੇ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਵਜਾਵੇ। ਭਗਤ ਕਬੀਰ ਜੀ ਕਹਿੰਦੇ ਨੇ ਮਨ ਜਿਹੜਾ ਹਾਥੀ ਵਰਗਾ ਬਣਿਆ ਹੋਇਆ ਸੀ, ਫੀਲ ਦਾ ਅਰਥ ਹੈ ਹਾਥੀ, ਪਖਾਵਜ ਦਾ ਵਚਨ ਹੈ ਜੋੜੀ ਵਜਾਉਣ ਵਾਲਾ। ਜਿਹੜਾ ਮਨ ਹਾਥੀ ਦੀ ਤਰ੍ਹਾਂ ਹੰਕਾਰੀ ਸੀ, ਕਿਉਂਕਿ ਹਾਥੀ ਜਦੋਂ ਵੀ ਚੱਲਦਾ ਤੇ ਬਹੁਤ ਹੀ ਸਹਿਜ ਦੇ ਨਾਲ, ਜਿਵੇਂ ਹੰਕਾਰ ਦੇ ਵਿੱਚ ਕੋਈ ਤੁਰਿਆ ਹੋਵੇ ਉਵੇਂ ਤੁਰਦਾ ਹੈ, ਇੱਧਰ ਉੱਧਰ ਹਿਲਦਾ ਹੋਇਆ ਤੁਰਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਮਨ ਹਾਥੀ ਦੀ ਤਰ੍ਹਾਂ ਹੰਕਾਰੀ ਬਣਿਆ ਹੋਇਆ ਸੀ, ਹੁਣ ਉਹ ਮਨ ਜਿਹੜਾ ਹੈ ਨਾ ਉਹ ਰਬਾਬੀ ਬਣ ਗਿਆ ਤੇ ਰਬਾਬੀ ਬਣ ਕੇ ਹੁਣ ਮਾਲਕ ਦੇ ਨਾਲ ਜੁੜ ਗਿਆ।
ਤੇ ਸਤਿਗੁਰੂ ਮਹਾਰਾਜ ਵੀ ਪਾਵਨ ਬਚਨਾਂ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ। ਭਗਤ ਕਬੀਰ ਜੀ ਦਾ ਆਪਣਾ ਹੀ ਸ਼ਲੋਕ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਨੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਈਟੀ ਹੋਏ ਕੈ ਖਾਏ। ਭਗਤ ਕਬੀਰ ਜੀ ਇੱਥੇ ਵੀ ਹਾਥੀ ਦੀ ਉਦਾਹਰਨ ਦੇ ਕਰਕੇ ਤੇ ਸਾਨੂੰ ਸਮਝਾਉਂਦੇ ਨੇ ਵੀ ਨਿਮਰਤਾ ਧਾਰਨ ਕਰਨੀ ਬੜੀ ਜ਼ਰੂਰੀ ਹੈ। ਤੇ ਉਦਾਹਰਨ ਦਿੰਦੇ ਆ ਵੀ ਜਿਵੇਂ ਰੇਤ ਦੇ ਵਿੱਚ ਜਦੋਂ ਖੰਡ ਰਲ ਜਾਂਦੀ ਹੈ ਤੇ ਉਸ ਵਕਤ ਹਾਥੀ ਜਿਹੜਾ ਹੈ ਉਹ ਨਹੀਂ ਚੁਣ ਸਕਦਾ, ਕੇਵਲ ਤੇ ਕੇਵਲ ਕੀੜੀ ਚੁਣ ਸਕਦੀ ਹੈ। ਕੀੜੀ ਕਿਉਂਕਿ ਬਹੁਤ ਛੋਟਾ ਜੀਵ ਹੈ, ਕੀੜੀ ਨੂੰ ਨਿਮਰਤਾ ਦੇ ਨਾਲ ਤਰਜੀਹ ਦਿੱਤੀ ਹੈ ਤੇ ਹਾਥੀ ਨੂੰ ਹੰਕਾਰ ਦੇ ਨਾਲ ਤਰਜੀਹ ਦਿੱਤੀ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹ ਰੇਤ ਦੇ ਵਿੱਚ ਰਲੀ ਹੋਈ ਖੰਡ ਜਿਹੜੀ ਹੈ ਉਹ ਹਾਥੀ ਭਾਵ ਹੰਕਾਰ ਦੇ ਨਾਲ ਨਹੀਂ ਚੁਣੀ ਜਾ ਸਕਦੀ, ਉਹ ਤੇ ਕੇਵਲ ਨਿਮਰਤਾ ਦੇ ਵਿੱਚ ਆ ਕਰਕੇ ਭਾਵ ਕੀੜੀ ਜਿਹੜੀ ਹੈ ਉਹ ਰੇਤ ਦੇ ਵਿੱਚੋਂ ਖੰਡ ਜਿਹੜੀ ਹੈ ਉਹ ਚੁਣ ਲੈਂਦੀ ਹੈ। ਇਸੇ ਤਰ੍ਹਾਂ ਮਨ ਨੂੰ ਸਮਝਾਉਣਾ ਕਰਦੇ ਨੇ ਕਿ ਇਹ ਮਨ ਜੇ ਪਰਮੇਸ਼ਰ ਦੇ ਨਾਲ ਜੁੜਨਾ ਹੈ ਤੇ ਤੈਨੂੰ ਵੀ ਨਿਮਰਤਾ ਦੇ ਵਿੱਚ ਆਉਣਾ ਪਏਗਾ, ਹਾਥੀ ਵਾਂਗੂ ਹੰਕਾਰ ਨਹੀਂ ਕਰਨਾ ਪਏਗਾ, ਕਿਉਂਕਿ ਹੰਕਾਰ ਤੇ ਉਸ ਮਾਲਕ ਪਰਮੇਸ਼ਰ ਨੂੰ ਵੀ ਭਾਉਂਦਾ ਨਹੀਂ ਹੈ। ਹਰ ਜੀ ਹੰਕਾਰ ਨਾ ਭਾਵੇ, ਉਸ ਹਰੀ ਨੂੰ ਵੀ ਹੰਕਾਰ ਜਿਹੜਾ ਹੈ ਉਹ ਭਾਉਂਦਾ ਨਹੀਂ ਹੈ। ਅੱਗੇ ਭਗਤ ਕਬੀਰ ਜੀ ਕਹਿੰਦੇ ਨੇ, ਬਲਦ ਪਖਾਵਜ, ਬਲਦ ਦਾ ਸੁਭਾਅ ਹੈ ਜਿਹੜਾ ਉਹ ਬੜਾ ਆਲਸੀ ਹੈ। ਤੇ ਆਲਸੀ ਸੁਭਾਅ ਦਾ ਜ਼ਿਕਰ ਕਰਦਿਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਤੂੰ ਉਦਮ ਕਰਨਾ ਹੈ, ਤੂੰ ਆਲਸ ਨਹੀਂ ਕਰਨਾ, ਕਿਉਂਕਿ ਆਲਸੀ ਸੁਭਾਅ ਜਿਹੜਾ ਹੈ ਉਹ ਕਿਸੇ ਕੰਮ ਦੇ ਉੱਤੇ ਨਹੀਂ ਲੱਗਦਾ। ਆਲਸੀ ਮਨ ਜਿਹੜਾ ਹੈ ਉਹ ਕੰਮ ਵੀ ਕੋਈ ਨਹੀਂ ਕਰਦਾ। ਤੇ ਵਿਦਵਾਨ ਪੁਰਸ਼ ਇੱਕ ਗੱਲ ਕਹਿੰਦੇ ਨੇ ਵੀ ਦੁਨੀਆ ਦੇ ਅੰਦਰ ਤਿੰਨ ਵੱਡੇ ਗੁਨਾਹ, ਤਿੰਨ ਵੱਡੇ ਪਾਪ ਨੇ, ਉਹਨਾਂ ਦੇ ਵਿੱਚ ਆਲਸ ਪੁਣਾ ਵੀ ਜਿਹੜਾ ਹੈ ਇੱਕ ਵੱਡਾ ਗੁਨਾਹ ਹੈ। ਪਹਿਲਾ ਗੁਨਾਹ ਜਿਹੜਾ ਹੈ ਉਹ ਹੈ ਪ੍ਰਮਾਤਮਾ ਤੇ ਗੁਰੂ ਤੋਂ ਬੇਮੁਖ ਹੋਣਾ, ਇਹ ਵੀ ਗੁਨਾਹ ਹੈ। ਕਿਸੇ ਦਾ ਦਿਲ ਤੋੜਨਾ ਉਹ ਵੀ ਗੁਨਾਹ ਹੈ। ਤੇ ਤੀਸਰੇ ਨੰਬਰ ਤੇ ਆਲਸੀ ਹੋਣਾ, ਆਲਸੀ ਹੋਣਾ ਵੀ ਬੜਾ ਵੱਡਾ ਗੁਨਾਹ ਹੈ। ਤੇ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਹੀ ਗੱਲ ਸਮਝਾਉਂਦਿਆਂ ਸਾਨੂੰ ਉਦਮ ਕਰਨ ਦੀ ਪ੍ਰੇਰਨਾ ਦਿੰਦੇ ਨੇ। ਕਹਿੰਦੇ ਨੇ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਐ ਮਨੁੱਖ ਤੂੰ ਉਦਮ ਕਰ, ਉਦਮ ਕਰਕੇ ਕਮਾ, ਇਹਦੇ ਵਿੱਚੋਂ ਤੈਨੂੰ ਸੁਖ ਪ੍ਰਾਪਤ ਹੋਵੇਗਾ। ਪਰ ਇੱਥੇ ਤੱਕ ਆ ਕੇ ਰੁਕ ਨਾ ਜਾਈ, ਇਸ ਤੋਂ ਅਗਲਾ ਕੰਮ ਵੀ ਕਰਨਾ ਹੈ। ਉਹ ਕੰਮ ਕਰਨਾ ਹੈ ਧਿਆਏਂਦਿਆਂ ਤੂੰ ਪ੍ਰਭੂ ਮਿਲ, ਉਸ ਮਾਲਕ ਨੂੰ ਧਿਆਉਂਦਿਆਂ ਹੋਇਆਂ ਤੂੰ ਮਾਲਕ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਹੈ। ਜੇ ਜਦੋਂ ਮਾਲਕ ਨਾਲ ਮਿਲ ਜਾਏਗਾ ਤੇ ਸਾਹਿਬ ਕਹਿਣ ਲੱਗੇ ਤੇਰੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਖਤਮ ਹੋ ਜਾਵਣਗੀਆਂ, ਚਿੰਤਾਵਾਂ ਤੋਂ ਤੂੰ ਦੂਰ ਹੋ ਜਾਵੇਂਗਾ, ਚਿੰਤਾ ਤੇਰੀ ਖਤਮ ਹੋ ਜਾਵੇਗੀ। ਤੇ ਸਤਿਗੁਰੂ ਮਹਾਰਾਜ ਨੇ ਆਲਸ ਦਾ ਸੁਭਾਅ ਜੀਵ ਨੂੰ ਤਿਆਗਣ ਦੀ ਗੱਲ ਜਿਹੜੀ ਹੈ ਉਹ ਕੀਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਮਾਰੂ ਰਾਗ ਦੇ ਵਿੱਚ ਇਸ ਆਲਸ ਬਾਰੇ ਦੱਸਦੇ ਨੇ ਕਿ ਜਿਹੜਾ ਮਨੁੱਖ ਗੁਰੂ ਦੇ ਨਾਲ ਨਹੀਂ ਜੁੜਦਾ, ਜਿਹੜਾ ਮਨੁੱਖ ਕੇਵਲ ਮਨ ਦੇ ਪਿੱਛੇ ਤੁਰਦਾ ਹੈ, ਉਹਨੂੰ ਜ਼ਿੰਦਗੀ ਦੇ ਅੰਦਰ ਬਹੁਤ ਜ਼ਿਆਦਾ ਆਲਸ ਜਿਹੜਾ ਹੈ ਉਹ ਮਿਲਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨ ਮੁਖ ਕੋ ਆਲਸ ਘਣੋ, ਫਾਥੇ ਉਜਾੜੀ, ਫਾਥਾ ਚੁਗੈ ਨਿਤ ਚੋਗੜੀ, ਲਗ ਬੰਦ ਵਿਗਾੜੀ, ਗੁਰ ਪ੍ਰਸਾਦੀ ਮੁਕਤ ਹੋਏ, ਸਾਚੇ ਨਿਜ ਤਾੜੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨਮੁਖ ਕੋ ਆਲਸ ਘਣੋ, ਤੇ ਮਨੁੱਖ ਜਿਹੜਾ ਮਨ ਪਿੱਛੇ ਤੁਰਦਾ ਉਹਦੇ ਜੀਵਨ ਦੇ ਵਿੱਚ ਘਣੋ ਦਾ ਮਤਲਬ ਬਹੁਤ ਜ਼ਿਆਦਾ ਆਲਸ ਹੈ। ਤੇ ਉਹ ਆਪਣੇ ਜੀਵਨ ਦੇ ਅੰਦਰ ਸਭ ਕੁਝ ਵਿਗਾੜ ਲੈਂਦਾ ਹੈ। ਪਰ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਇਸ ਆਲਸ ਤੋਂ ਉਹ ਮੁਕਤ ਹੋ ਜਾਂਦਾ ਹੈ ਤੇ ਉਸ ਵਕਤ ਇਹ ਆਪਣੇ ਨਿਜ ਘਰ ਦੇ ਵਿੱਚ ਜਿਹੜਾ ਹੈ
ਉਹ ਵਸ ਜਾਂਦਾ ਹੈ। ਮਨੁੱਖ ਦਾ ਮਨ ਆਲਸੀ ਕਿਸੇ ਕੰਮ ਦਾ ਨਹੀਂ ਹੈ। ਇਹ ਉਦਮ ਕਰਿੰਦਿਆਂ ਹੀ ਉਸ ਮਾਲਕ ਦੇ ਨਾਲ ਜੁੜ ਸਕਦਾ ਹੈ। ਤੇ ਇਹ ਵੀ ਗੱਲ ਹੈ ਵੀ ਮਨੁੱਖ ਦਾ ਮਨ ਜਿਹੜਾ ਹੈ ਨਾ, ਉਹ ਆਲਸਪੁਣੇ ਵੱਲ ਬਹੁਤ ਜਾਂਦਾ ਹੈ ਤੇ ਉਦਮ ਕਰਨ ਦੇ ਵਿੱਚ ਪਿੱਛੇ ਰਹਿ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇੱਕ ਸ਼ਲੋਕ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਨੇ, ਚੰਗਿਆਈਆਂ ਆਲਕ ਕਰੇ, ਬੁਰਿਆਈ ਹੋਏ ਸੇਰ, ਨਾਨਕ ਅੱਜ ਕੱਲ ਆਵਸੀ, ਗਾਫਲ ਫਾਹੀ ਪੇਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਚੰਗਿਆਈਆਂ ਆਲਕ, ਇਹ ਚੰਗੇ ਕੰਮ ਕਰਨ ਵਾਸਤੇ ਬਹੁਤ ਆਲਸ ਕਰਦਾ ਹੈ, ਪਰ ਬੁਰਾਈਆਂ ਮਾੜੀ ਕੰਮ ਕਰਨ ਵਾਸਤੇ ਇਹ ਸ਼ੇਰ ਹੋ ਜਾਂਦਾ ਹੈ, ਬੜਾ ਉਤਾਵਲਾ ਰਹਿੰਦਾ ਹੈ। ਤੇ ਫਿਰ ਆਲਸੀ ਮਨੁੱਖ ਜਿਹੜਾ ਹੈ, ਸਾਹਿਬ ਕਹਿੰਦੇ ਨੇ ਅੱਜ ਕੱਲ ਭਲਕੇ ਗਾਫਲ ਦੀ ਨੀਂਦ ਵਿੱਚ ਸੁੱਤੇ ਹੋਏ ਨੂੰ ਜਮਾਂ ਦੀ ਫਾਹੀ ਜਿਹੜੀ ਹੈ ਇਹਦੇ ਗਲ ਦੇ ਵਿੱਚ ਪੈ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਇਵੇਂ ਚਲੇ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਇਸ ਪਾਵਨ ਬਚਨ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਵੀ ਤੂੰ ਇਸ ਆਲਸੀ ਮਨ ਨੂੰ ਜਿਹੜਾ ਹੈ ਉਹ ਪਖਾਵਜ ਭਾਵ ਜੋੜੀ ਬਣਾਉਣ ਵਾਲਾ ਬਣਾ ਲੈ, ਕਿਉਂਕਿ ਜੋੜੀ ਵਜਾਉਣ ਵਾਲਾ ਜਿਹੜਾ ਹੈ ਉਹ ਉਦਮ ਦੇ ਨਾਲ ਵਜਾ ਸਕਦਾ ਹੈ, ਆਲਸ ਦੇ ਨਾਲ ਨਹੀਂ ਵਜਾਇਆ ਜਾ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਟੋਢੀ ਰਾਗ ਦੇ ਅੰਦਰ ਵੀ ਇੱਕ ਦ੍ਰਿਸ਼ਟਾਂਤ ਸਾਡੇ ਸਨਮੁਖ ਰੱਖਦੇ ਨੇ, ਕਹਿੰਦੇ ਨੇ ਧਾਵਤ ਕੋ ਧਾਵੇ ਬਹੁ ਭਾਤੀ, ਜਿਉ ਤੇਲੀ ਬਲਦ ਭਰਮਾਇਆ, ਨਾਮਦਾਨ ਇਸ਼ਨਾਨ ਨਾ ਕੀਓ, ਇੱਕ ਨਿਮਖ ਨਾ ਕੀਰਤ ਗਾਇਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਧਾਵਤ ਕੋ ਧਾਵੇ ਬਹੁ ਭਾਤੀ, ਜਿਉ ਤੇਲੀ ਬਲਦ ਭਰਮਾਇਓ। ਇੱਕ ਆਮ ਕਹਾਵਤ ਵੀ ਇਹ ਹੈ ਵੀ ਇੱਕ ਮਨੁੱਖ ਇੱਕ ਕੋਹਲੂ ਦੇ ਵਿੱਚ ਕੋਲ ਗਿਆ ਤੇ ਉੱਥੇ ਜਾ ਕੇ ਉਹਨੇ ਤੇਲ ਲੈਣਾ ਸੀ, ਤੇ ਉਸ ਕੋਹਲੂ ਦੇ ਮਾਲਕ ਨੂੰ ਕਹਿਣ ਲੱਗਾ ਵੀ ਤੂੰ ਬਲਦ ਦੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਹੈ। ਤੇ ਉਹ ਮਾਲਕ ਕਹਿਣ ਲੱਗਾ ਵੀ ਇਹਨੂੰ ਦਿਸੇ ਨਾ ਵੀ ਮੈਂ ਇੱਕ ਜਗ੍ਹਾ ਦੇ ਉੱਤੇ ਘੁੰਮ ਰਿਹਾ ਹਾਂ। ਤੇ ਉਸ ਵਕਤ ਉਹ ਤੇਲ ਲੈਣ ਵਾਲਾ ਕਹਿਣ ਲੱਗਾ ਵੀ ਤੈਨੂੰ ਕਿਵੇਂ ਪਤਾ ਲੱਗਦਾ ਹੈ ਵੀ ਬਲਦ ਘੁੰਮ ਰਿਹਾ ਹੈ? ਕਹਿਣ ਲੱਗਾ ਵੀ ਮੈਂ ਇਹਦੇ ਗਲ ਦੇ ਵਿੱਚ ਟੱਲੀ ਪਾਈ ਹੋਈ ਹੈ, ਉਹ ਵੱਜਦੀ ਰਹਿੰਦੀ ਹੈ ਜਦੋਂ ਬਲਦ ਘੁੰਮਦਾ ਹੈ, ਤੇ ਮੈਨੂੰ ਪਤਾ ਲੱਗ ਜਾਂਦਾ ਹੈ ਵੀ ਬਲਦ ਖੜਾ ਨਹੀਂ, ਇਹ ਘੁੰਮ ਰਿਹਾ ਹੈ। ਤੇ ਉਹ ਤੇਲ ਲੈਣ ਵਾਲਾ ਕਹਿਣ ਲੱਗਾ ਵੀ ਜੇ ਕਿਤੇ ਬਲਦ ਨੂੰ ਇਸ ਗੱਲ ਦਾ ਪਤਾ ਲੱਗ ਜਾਏ ਤੇ ਉਹ ਖੜਾ ਖੜਾ ਹੀ ਆਪਣਾ ਸਿਰ ਹਿਲਾਈ ਜਾਵੇ। ਤੇ ਉਹ ਤੇਲੀ ਜਿਹੜਾ ਤੇਲ ਦੇਣ ਵਾਲਾ ਸੀ ਕਹਿਣ ਲੱਗਾ ਚੁੱਪ ਕਰ ਜਾ, ਕਿਤੇ ਬਲਦ ਸੁਣ ਨਾ ਲਵੇ, ਹੋਰ ਨਾ ਮੇਰਾ ਬਲਦ ਜਿਹੜਾ ਹੈ ਉਹ ਪੁੱਠੇ ਰਸਤੇ ਦੇ ਉੱਤੇ ਪੈ ਜਾਏ। ਇਹ ਦ੍ਰਿਸ਼ਟਾਂਤ ਹੈ ਵੀ ਇਹ ਬਲਦ ਜਿਹੜਾ ਹੈ ਭਾਵੇਂ ਆਲਸੀ ਹੈ ਤੇ ਇੱਕ ਜਗ੍ਹਾ ਦੇ ਉੱਤੇ ਹੀ ਘੁੰਮ ਰਿਹਾ ਹੈ। ਤੇ ਸਤਿਗੁਰੂ ਮਹਾਰਾਜ ਵੀ ਇੱਥੇ ਇਹੀ ਦ੍ਰਿਸ਼ਟਾਂਤ ਦੇ ਰਹੇ ਨੇ, ਧਾਵਤ ਕੋ ਧਾਵੇ ਬਹੁ ਭਾਤੀ, ਘੁੰਮਦਾ ਬਹੁਤ ਹੈ, ਤੇਲੀ ਬਲਦ ਭਰਮਾਇਓ। ਇਸੇ ਤਰ੍ਹਾਂ ਮਨੁੱਖ ਦੇ ਮਨ ਦੀ ਹਾਲਾਤ ਵੀ ਇਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਦਾਨ ਇਸ਼ਨਾਨ ਨਾ ਕੀਓ, ਨਾ ਇਹ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦਾ ਹੈ, ਨਾ ਇਹ ਹੱਥੋਂ ਕੁਝ ਦਿੰਦਾ ਹੈ, ਤੇ ਨਾ ਹੀ ਆਪਣੇ ਮਨ ਦੀ ਮੈਲ ਜਿਹੜੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਲਾਉਂਦਾ ਹੈ। ਤੇ ਇੱਕ ਨਿਮਖ ਵੀ ਉਸ ਮਾਲਕ ਦੇ ਨਾਲ ਜੁੜਦਾ ਨਹੀਂ ਹੈ, ਜਿਹਦੇ ਕਾਰਨ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਦਾ ਹਾਲਾਤ ਉਸ ਤੇਲੀ ਦੇ ਬਲਦ ਵਰਗਾ ਹੈ ਵੀ ਜੋ ਆਪਣੇ ਜੀਵਨ ਦੇ ਅੰਦਰ ਕਰਮ ਤੇ ਬਹੁਤ ਕਰਦਾ ਹੈ, ਪਰ ਉਹ ਕਰਮ ਜਿਹੜੇ ਨੇ ਕੇਵਲ ਤੇ ਕੇਵਲ ਦਿਖਾਵੇ ਦੇ ਕਰਮ ਕਾਂਡ ਹੀ ਰਹਿੰਦੇ ਨੇ, ਤੇ ਉਹ ਕਰਮ ਕਾਂਡ ਜਿਹੜੇ ਨੇ ਉਹਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਇਸੇ ਕਰਕੇ ਇਸ ਆਲਸੀ ਮਨ ਨੂੰ ਜਿਹੜਾ ਹੈ ਉਹ ਬਦਲਣ ਵਾਸਤੇ ਕਹਿੰਦੇ ਨੇ। ਸਤਿਗੁਰੂ ਮਹਾਰਾਜ ਸ਼੍ਰੀ ਰਾਗ ਦੇ ਵਿੱਚ ਆਖਦੇ ਨੇ ਭਾਈ ਰੇ ਇਸ ਮਨ ਕੋ ਸਮਝਾਏ, ਵੀ ਇਸ ਮਨ ਨੂੰ ਸਮਝਾ, ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਧਿਆਏ। ਇਹ ਮਨ ਆਲਸ ਜਿਹੜਾ ਕਰਦਾ ਹੈ, ਇਸ ਮਨ ਨੂੰ ਸਮਝਾ ਤੇ ਇਹ ਗੁਰਮੁਖ ਬਣ ਜਾਏ, ਗੁਰੂ ਦੇ ਨਾਲ ਜੁੜ ਜਾਵੇ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਜਿਹੜਾ ਹੈ ਉਹ ਆਪਣੇ ਮਨ ਨੂੰ ਜੋੜ ਲਵੇ। ਤੇ ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਕਊਆ ਤਾਲ ਬਜਾਵੇ,
ਬਲਦ ਜਿਹੜਾ ਹੈ ਉਹ ਜੋੜੀ ਵਜਾਉਣ ਵਾਲਾ ਜਦੋਂ ਬਣ ਜਾਏ, ਭਾਵ ਉਦਮੀ ਬਣ ਜਾਏ, ਤੇ ਫਿਰ ਕਹਿੰਦੇ ਨੇ ਕਊਆ ਤਾਲ ਵਜਾਵੇ। ਇਹ ਮਨ ਜਿਹੜਾ ਹੈ ਨਾ, ਇਹ ਕਾਂ ਦੀ ਤਰ੍ਹਾਂ ਵੀ ਬਹੁਤ ਚੰਚਲ ਸੁਭਾਅ ਦਾ ਹੈ। ਤੇ ਕਾਂ ਦਾ ਇੱਕ ਹੋਰ ਬੜਾ ਵੱਡਾ ਇਹੋ ਜਿਹੀ ਹਾਲਾਤ ਹੈ ਵੀ ਕਾਂ ਜਿਹੜਾ ਹੈ ਉਹ ਗੰਦਗੀ ਦੇ ਵਿੱਚ ਆਪਣਾ ਮੁੱਖ ਪਾਉਂਦਾ ਹੈ। ਕਾਂ ਦੇ ਅੱਗੇ ਭਾਵੇਂ ਕਪੂਰ ਰੱਖ ਦਿਓ, ਸੁਗੰਧੀ ਰੱਖ ਦਿਓ, ਪਰ ਉਹ ਸੁਗੰਧੀ ਦੇ ਵਿੱਚ ਆਪਣਾ ਮੁੱਖ ਨਹੀਂ ਕਰੇਗਾ, ਚੁੰਝ ਨਹੀਂ ਮਾਰੇਗਾ, ਸਗੋਂ ਵਿਸਟਾ ਦੇ ਵਿੱਚ ਭਾਵ ਗੰਦਗੀ ਦੇ ਵਿੱਚ ਆਪਣੀ ਚੁੰਝ ਮਾਰੇਗਾ। ਤੇ ਭਗਤ ਕਬੀਰ ਜੀ ਇੱਥੇ ਕਹਿੰਦੇ ਨੇ ਕਊਆ ਤਾਲ ਵਜਾਵੇ। ਹੁਣ ਕਾਂ ਜਿਹੜਾ ਹੈ ਉਹ ਤਾਲ ਵਜਾਉਣ ਲੱਗ ਪਿਆ। ਤਾਲ ਦਾ ਅਰਥ ਹੁੰਦਾ ਵੀ ਬਿਲਕੁਲ ਪੱਧਰਾ, ਕਿਉਂਕਿ ਜਦੋਂ ਤਬਲਾ ਵੱਜਦਾ ਹੈ ਤੇ ਉਹ ਤਬਲੇ ਨੂੰ ਆਪਾਂ ਇੱਕ ਸੁਰ ਦੇ ਵਿੱਚ ਜਿਹੜਾ ਹੈ ਉਹ ਵਜਾਉਂਦੇ ਹਾਂ, ਤੇ ਜੇ ਉਹ ਸੁਰ ਦੇ ਵਿੱਚ ਨਾ ਹੋਵੇ ਤੇ ਉਹਦਾ ਕੰਨ ਨੂੰ ਜਿਹੜਾ ਹੈ ਰਸ ਨਹੀਂ ਆਉਂਦਾ। ਤੇ ਭਗਤ ਕਬੀਰ ਜੀ ਕਹਿਣ ਲੱਗੇ ਹੁਣ ਕਾਂ ਇੱਧਰ ਉੱਧਰ ਚੁੰਝ ਮਾਰਨ ਦੀ ਬਜਾਏ ਇਹ ਹੁਣ ਪਰਮੇਸ਼ਰ ਦੇ ਨਾਲ ਜੁੜ ਗਿਆ। ਇਹ ਮਨ ਜਿਹੜਾ ਸੀ, ਕਾਂ ਵਾਲੀ ਬਿਰਤੀ ਇਹਦੇ ਵਿੱਚੋਂ ਦੂਰ ਹੋ ਗਈ। ਤੇ ਸਤਿਗੁਰੂ ਮਹਾਰਾਜ ਵੀ ਕਹਿੰਦੇ ਨੇ ਕਿ ਇਹ ਮੇਰੇ ਮਨ, ਤੂੰ ਇਸ ਭੈੜੀ ਬਿਰਤੀ ਨੂੰ ਛੱਡ ਦੇ। ਗੌੜੀ ਰਾਗ ਦੇ ਅੰਦਰ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਬਿਨ ਸਿਮਰਨ ਧ੍ਰਿਗ ਕਰਮ ਕਰਾਸ। ਤੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਕੀਤੇ ਹੋਏ ਕਰਮ ਜਿਹੜੇ ਨੇ ਉਹ ਲਾਹਨਤ ਭਰੇ ਨੇ। ਤੇ ਨਾਲ ਉਦਾਹਰਨ ਦਿੰਦੇ ਨੇ ਕਾਗ ਬਤਨ ਬਿਸਟਾ ਮੈਂ ਵਾਸ। ਜਿਵੇਂ ਕਾਂ ਜਿਹੜਾ ਹੈ ਉਹ ਬਿਸਟਾ ਦੇ ਵਿੱਚ ਆਪਣੀ ਚੁੰਝ ਮਾਰਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਵੀ ਗੁਜਰੀ ਰਾਗ ਦੇ ਵਿੱਚ ਸਾਡੇ ਸਨਮੁਖ ਇਹੀ ਖਿਆਲ ਰੱਖਦੇ ਨੇ। ਕਹਿੰਦੇ ਨੇ ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਬਿਸਟਾ ਖਾਏ ਮੁਖ ਗੋਹੇ। ਕਾਂ ਨੂੰ ਅੰਮ੍ਰਿਤ ਦਾ ਰਸ ਜਿਹੜਾ ਹੈ ਉਹ ਨਹੀਂ ਚੱਖਦਾ, ਸਗੋਂ ਬਿਸਟਾ ਦੇ ਵਿੱਚ ਜਿਹੜਾ ਹੈ ਉਹ ਆਪਣਾ ਮੁਖ ਜਿਹੜਾ ਹੈ ਉਹ ਮਾਰਦਾ ਹੈ, ਭਾਵ ਚੁੰਝ ਜਿਹੜੀ ਹੈ ਉਹ ਗੰਦਗੀ ਦੇ ਵਿੱਚ ਮਾਰਦਾ ਹੈ। ਤੇ ਭਗਤ ਕਬੀਰ ਜੀ ਫਿਰ ਅੱਗੇ ਆਖਦੇ ਨੇ ਦੂਸਰੀ ਤੁਕ ਦੇ ਅੰਦਰ, ਪਹਿਰ ਚੋਲਣਾ ਗਦਹਾ ਨਾਚੇ, ਪੈਸਾ ਭਗਤ ਕਰਾਵੇ। ਪਹਿਰ ਚੋਲਣਾ ਗਦਹਾ ਨਾਚੇ। ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਮਨ ਗਧੇ ਦੀ ਤਰ੍ਹਾਂ ਨੱਚ ਰਿਹਾ ਸੀ, ਉਹ ਹੁਣ ਉਹ ਜਿਹਾ ਪਰਮੇਸ਼ਰ ਦੇ ਨਾਲ ਜੁੜ ਗਿਆ ਕਿ ਹੁਣ ਉਹ ਪ੍ਰੇਮ ਰੂਪੀ ਚੋਲਾ ਪਾ ਕੇ ਨੱਚ ਰਿਹਾ ਹੈ। ਖੋਤੇ ਵਾਲਾ ਸੁਭਾਅ ਜਿਹੜਾ ਹੈ ਇਹਦੇ ਅੰਦਰੋਂ ਚਲਾ ਗਿਆ ਹੈ। ਭਗਤ ਕਬੀਰ ਜੀ ਵੀ ਪਾਵਨ ਬਚਨ ਗੌੜੀ ਰਾਗ ਦੇ ਵਿੱਚ ਸਾਡੇ ਸਨਮੁਖ ਰੱਖਦੇ ਨੇ, ਹਰੀ ਅੰਗੂਰੀ ਗਧਾ ਚਰੇ, ਨਿਤ ਉੱਠ ਹਾਸੇ ਹੀਂਗੇ ਮਰੇ। ਹੁਣ ਮਨੁੱਖੀ ਸੁਭਾਅ ਜਿਹੜਾ ਹੈ ਉਹ ਵਿਕਾਰਾਂ ਦੇ ਵਿੱਚ ਫਸਿਆ ਹੋਇਆ, ਹਰੀ ਅੰਗੂਰੀ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਤੇ ਨਿਤ ਰੋਜ਼ ਹਾਸੇ ਠੱਠੇ ਕਰਦਾ ਹੈ, ਕਿਉਂਕਿ ਵਿਕਾਰਾਂ ਦੇ ਵਿੱਚ ਬੈਠ ਕਰਕੇ, ਵਿਕਾਰੀ ਸੰਗਤ ਦੇ ਵਿੱਚ ਬੈਠ ਕਰਕੇ ਇਹਦਾ ਇਹ ਰੋਜ਼ ਦਾ ਕੰਮ ਬਣ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਨੇ ਉਹ ਗਧਾ ਜਿਹੜਾ ਹੈ ਉਹ ਫਿਰ ਪ੍ਰੇਮ ਰੂਪੀ ਚੋਲਾ ਪਾ ਕੇ ਨੱਚ ਰਿਹਾ ਹੈ, ਕੁਦ ਕੁਦ ਚਰੇ ਰਸਾਤਲ ਪਾਏ। ਅੱਗੇ ਭਗਤ ਕਬੀਰ ਜੀ ਇਸੇ ਪਾਵਨ ਬਚਨ ਵਿੱਚ ਕਹਿੰਦੇ ਨੇ, ਮਾਤਾ ਭੈਸਾ ਮੁਹਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਭੈਸਾ ਜਿਹੜਾ ਹੈ ਉਹ ਹੁਣ ਭਗਤੀ ਕਰਨ ਲੱਗ ਪਿਆ, ਭੈਸਾ ਭਗਤ ਕਰਾਵੇ। ਭੈਸਾ ਜਿਹੜਾ ਸੀਗਾ ਉਹ ਹੁਣ ਭਗਤੀ ਕਰਨ ਲੱਗ ਪਿਆ। ਜਿਹੜਾ ਮਨੁੱਖ ਦਾ ਸੁਭਾਅ ਭੈਂਸੇ ਵਰਗਾ ਸੀਗਾ, ਹੁਣ ਉਹ ਵੀ ਜਿਹੜਾ ਹੈ ਉਹ ਪਰਮੇਸ਼ਰ ਦੀ ਭਗਤੀ ਕਰਨ ਲੱਗ ਪਿਆ। ਭਗਤ ਕਬੀਰ ਜੀ ਗੌੜੀ ਰਾਗ ਦੇ ਵਿੱਚ ਕਹਿੰਦੇ ਨੇ, ਮਾਤਾ ਭੈਂਸਾ ਮੁਹਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਵੀ ਜਿਹੜਾ ਸੁਭਾਅ ਮਨੁੱਖ ਦੇ ਭੈਂਸੇ ਵਰਗਾ ਸੀਗਾ ਉਹ ਹੁਣ ਪਰਮੇਸ਼ਰ ਦੇ ਨਾਲ ਜੁੜ ਗਿਆ, ਜਦੋਂ ਗੁਰੂ ਦੇ ਨਾਂ ਰਾਹੀਂ ਮਾਲਕ ਦੇ ਨਾਮ ਦੇ ਨਾਲ ਜੁੜ ਗਿਆ। ਤੇ ਭਗਤ ਕਬੀਰ ਜੀ ਅਗਲੇ ਪਾਵਨ ਬੰਦ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ, ਬੈਠ ਸਿੰਘ ਕਰ ਪਾਨ ਲਗਾਵੇ, ਈਸ ਗਲੌਰੀ ਲਿਆਵੇ।
ਬੈਠ ਸਿੰਘ ਕਰ ਪਾਨ ਲਗਾਵੇ। ਭਗਤ ਕਬੀਰ ਜੀ ਕਹਿੰਦੇ ਨੇ ਸਿੰਘ ਦਾ ਅਰਥ ਹੈ ਨਿਰਦਈ ਸੁਭਾਅ ਜਿਹੜਾ ਸੀ ਮਨੁੱਖ ਦਾ, ਕਿਉਂਕਿ ਸਿੰਘ ਜਿਹੜਾ ਹੈ, ਸ਼ੇਰ ਜਿਹੜਾ ਹੈ, ਉਹ ਨਿਰਦਈ ਸੁਭਾਅ ਦਾ ਪ੍ਰਤੀਕ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਸਿੰਘ ਜਿਹੜਾ ਹੈ, ਨਿਰਦਈ ਸੁਭਾਅ ਜਿਹੜਾ ਹੈ, ਉਹ ਹੁਣ ਘਰ ਪਾਨ ਲਗਾਵੇ, ਨਿਮਰਤਾ ਦੇ ਵਿੱਚ ਜਿਹੜਾ ਹੈ ਉਹ ਆ ਗਿਆ। ਤੇ ਇਹ ਸੁਭਾਅ ਜਿਹੜਾ ਸੀ ਹੁਣ ਸੇਵਾ ਦੇ ਆਹਾਰ ਦੇ ਵਿੱਚ ਲੱਗ ਗਿਆ। ਬੈਠ ਸਿੰਘ ਕਰ ਪਾਨ ਲਗਾਵੇ, ਹੁਣ ਆਏ ਗਏ ਦੀ ਸੇਵਾ ਦੇ ਵਿੱਚ ਲੱਗ ਗਿਆ। ਘੀਸ ਗਲੌਰੀ ਲਿਆਵੇ, ਤੇ ਜਿਹੜਾ ਮਨ ਸ਼ਸ਼ੁੰਦਰ ਵਰਗਾ ਸੀ, ਮਨ ਦਾ ਸੁਭਾਅ ਜਿਹੜਾ ਸੀ ਤ੍ਰਿਸ਼ਨਾਲੂ, ਉਹ ਹੁਣ ਮਨੁੱਖ ਦਾ ਸੁਭਾਅ ਜਿਹੜਾ ਸੀ ਗਲੌਰੀ ਲਿਆਵੇ, ਭਾਵ ਪਾਨਾਂ ਦੇ ਬੀੜੇ ਜਿਹੜੇ ਸਨ ਉਹ ਲਿਆਉਣ ਲੱਗ ਪਿਆ। ਭਗਤ ਕਬੀਰ ਜੀ ਕਹਿੰਦੇ ਨੇ ਸਿੰਘ ਆਪਣੇ ਸਵੈ ਸਰੂਪ ਵਿੱਚ ਟਿਕ ਕੇ ਮਨ ਦਾ ਨਿਰਦੈਤਾ ਵਾਲਾ ਸੁਭਾਅ ਹਟ ਕੇ ਹੁਣ ਇਹ ਸੇਵਾ ਦੇ ਆਹਾਰ ਵਿੱਚ ਲੱਗ ਗਿਆ ਤੇ ਘੀਸ ਪਾਨਾਂ ਦੇ ਬੀੜੇ ਵੰਡ ਰਿਹਾ ਹੈ, ਭਾਵ ਤ੍ਰਿਸ਼ਨਾ ਨੂੰ ਛੱਡ ਕਰਕੇ ਹੁਣ ਇਹ ਮਨ ਜਿਹੜਾ ਹੈ ਉਹ ਸੇਵਾ ਦੇ ਵਿੱਚ ਲੱਗ ਗਿਆ। ਤੇ ਸਤਿਗੁਰੂ ਮਹਾਰਾਜ ਸੂਹੀ ਰਾਗ ਦੇ ਅੰਦਰ ਵੀ ਸਾਡੀ ਅਗਵਾਈ ਕਰਦੇ ਨੇ, ਕਹਿੰਦੇ ਨੇ ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ। ਜਦੋਂ ਗੁਰੂ ਦੀ ਕਿਰਪਾ ਹੋ ਜਾਵੇ, ਬੱਕਰੀ ਸਿੰਘ ਇੱਕ ਤੇ ਥੈ ਰਾਖੇ, ਮਨ ਹਰ ਜਪ ਭਰਮ ਪਉ ਦੂਰ ਕੀਜੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਬੱਕਰੀ ਸਿੰਘ, ਕਿਉਂਕਿ ਬੱਕਰੀ ਦਾ ਜਿਹੜਾ ਸੁਭਾਅ ਹੈ ਉਹ ਡਰਾਕਲ ਹੈ, ਸਿੰਘ ਦਾ ਜਿਹੜਾ ਸੁਭਾਅ ਹੈ ਉਹ ਸੰਸਾਰ ਦੇ ਵਿੱਚ ਉੱਚਾ ਹੈ। ਤੇ ਕਹਿੰਦੇ ਨੇ ਇੱਕ ਤੇ ਥੈ ਰਾਖੇ, ਹੁਣ ਬੱਕਰੀ ਸਿੰਘ ਇੱਕ ਥਾਂ ਦੇ ਉੱਤੇ ਇਕੱਠੇ ਕਰ ਦਿੱਤੇ ਤੇ ਮਨ ਦਾ ਭਰਮ ਜਿਹੜਾ ਸੀ ਉਹ ਦੂਰ ਹੋ ਗਿਆ, ਕਿਉਂਕਿ ਉਹ ਹਰੀ ਨੂੰ ਜਪਣ ਲੱਗ ਪਿਆ। ਤੇ ਭਗਤ ਕਬੀਰ ਜੀ ਵੀ ਕਹਿੰਦੇ ਨੇ ਏਕ ਅਚੰਭੋ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ। ਇੱਥੇ ਵੀ ਜਿਹੜਾ ਗਾਈ ਹੈ ਉਹ ਡਰਪੋਕ ਤੇ ਸਿੰਘ ਜਿਹੜਾ ਹੈ ਉਹ ਬਲਵਾਨ ਦੇ ਰੂਪ ਦੇ ਵਿੱਚ ਆਇਆ। ਤੇ ਭਗਤ ਕਬੀਰ ਜੀ ਆਸਾ ਰਾਗ ਦੇ ਵਿੱਚ ਕਹਿੰਦੇ ਨੇ ਇੱਕ ਅਚੰਭੀ ਗੱਲ, ਜਿਹੜੀ ਅਚਰਜ ਗੱਲ ਜਿਹੜੀ ਹੈ ਉਹ ਹੋ ਗਈ, ਸੁਣ ਲਈ ਹੈ ਕਿ ਹੁਣ ਸਿੰਘ ਜਿਹੜਾ ਹੈ ਉਹ ਗਾਈਆਂ ਨੂੰ ਚਰਾਉਣ ਲੱਗ ਪਿਆ, ਭਾਵ ਗਾਈਆਂ ਦੇ ਅਧੀਨ ਹੋ ਗਿਆ, ਨਿਮਰਤਾ ਦੇ ਅਧੀਨ ਹੋ ਗਿਆ। ਨਿਰਦਈ ਸੁਭਾਅ ਜਿਹੜਾ ਸੀਗਾ ਉਹ ਨਿਮਰਤਾ ਦੇ ਵਿੱਚ ਚਲਾ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਭੈਰੋ ਰਾਗ ਦੇ ਵਿੱਚ ਕਹਿੰਦੇ ਨੇ ਜਬ ਲਗ ਸਿੰਘ ਰਹੇ ਬਨ ਮਾਹੇ, ਜਿੰਨੀ ਦੇਰ ਤੱਕ ਮਨੁੱਖ ਦੇ ਅੰਦਰ ਨਿਰਦੈਤਾ ਦਾ ਸੁਭਾਅ ਹੈ, ਤਬ ਲਗ ਬਨ ਫੁੱਲੇ ਹੀ ਨਾਹੇ, ਉਦੋਂ ਤੱਕ ਇਹਦੇ ਅੰਦਰੋਂ, ਮਨੁੱਖ ਦੇ ਅੰਦਰੋਂ ਜਿਹੜੇ ਚੰਗੇ ਗੁਣ ਹੈ ਉਹ ਉੱਪਰ ਨਹੀਂ ਆਉਂਦੇ, ਉੱਭਰਦੇ ਨਹੀਂ ਹੈ, ਫੁੱਲਦੇ ਨਹੀਂ ਹੈ। ਜਬ ਹੀ ਸਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਨ ਰਾਏ। ਜਦੋਂ ਗਿੱਦੜ ਜਿਹੜਾ ਹੈ, ਸਿਆਰ ਦਾ ਮਤਲਬ ਗਿੱਦੜ, ਸਿੰਘ ਕੋ ਖਾਏ ਭਾਵ ਨਿਮਰਤਾ ਹੰਕਾਰ ਨੂੰ ਖਤਮ ਕਰ ਦਿੰਦੀ ਹੈ, ਨਿਰਦੈਤਾ ਨੂੰ ਖਤਮ ਕਰ ਦਿੰਦੀ ਹੈ, ਤੇ ਉਸ ਵਕਤ ਫੂਲ ਰਹੀ ਸਗਲੀ ਬਨ ਰਾਏ। ਫਿਰ ਮਨੁੱਖ ਦੇ ਮਨ ਦੇ ਅੰਦਰੋਂ ਜਿਹੜੇ ਚੰਗੇ ਗੁਣ ਨੇ ਉਹ ਵੱਧਦੇ ਨੇ, ਮਨੁੱਖ ਦੇ ਮਨ ਦੇ ਚੰਗੇ ਗੁਣ ਜਿਹੜੇ ਨੇ ਉਹ ਫੁੱਲਦੇ ਨੇ, ਪ੍ਰਫੁੱਲਤਾ ਹੁੰਦੀ ਹੈ। ਤੇ ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਘਰ ਘਰ ਮੁਸਰੀ ਮੰਗਲ ਗਾਵੇ, ਕਛੂਆ ਸ਼ੰਖ ਬਜਾਵੇ। ਘਰ ਘਰ ਮੁਸਰੀ, ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੀ ਇਹ ਇੰਦਰੀਆਂ ਜਿਹੜੀਆਂ ਨੇ ਮਨੁੱਖ ਦੀਆਂ, ਇਹ ਇੱਧਰ ਉੱਧਰ ਜਾਂਦੀਆਂ ਨੇ, ਉਹ ਹੁਣ ਇੰਦਰੀਆਂ ਜਿਹੜੀਆਂ ਨੇ ਉਹ ਪਰਮੇਸ਼ਰ ਦੇ ਗੁਣ ਜਿਹੜੇ ਨੇ ਉਹ ਗਾਉਣ ਲੱਗ ਪਈਆਂ। ਸਾਰੀਆਂ ਇੰਦਰੀਆਂ ਆਪੋ ਆਪਣੇ ਗੋਲਕ ਸਥਾਨ ਵਿੱਚ ਰਹਿ ਕੇ ਹਰੀ ਜਸ ਰੂਪ ਮੰਗਲ ਗਾ ਰਹੀਆਂ ਨੇ। ਮਨ ਜੋ ਪਹਿਲਾਂ ਕਛੂ ਕੰਮਾ ਹੋਇਆ ਪਿਆ ਸੀ ਤੇ ਸਤ ਸੰਗਤ ਤੋਂ ਦੂਰ ਜਾਂਦਾ ਸੀ, ਹੁਣ ਉਹ ਹੋਰਨਾਂ ਨੂੰ ਉਪਦੇਸ਼ ਦੇਣ ਲੱਗ ਪਿਆ। ਕਛੂਆ ਸ਼ੰਖ ਵਜਾਵੇ, ਹੁਣ ਉਹ ਹੋਰਨਾਂ ਨੂੰ ਜਿਹੜਾ ਹੈ ਉਪਦੇਸ਼ ਦੇਣ ਲੱਗ ਪਿਆ, ਕਿਉਂਕਿ ਜਿਹੜਾ ਕਛੂਆ ਹੈ ਇਹਦੇ ਮਨ ਦੀ ਇੱਕ ਹਾਲਾਤ ਹੈ ਵੀ ਇੱਕ ਤੇ ਇਹ ਡਰਪੋਕ ਹੈ,
ਤੇ ਦੂਸਰਾ ਇਹ ਸਹਿਮ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਵੀ ਕਹਿੰਦੇ ਨੇ, ਸ਼ੀਜਤ ਡੋਰ ਦਿਨਸ ਔਰ ਰੈਣੀ, ਜੀ ਕੋ ਕਾਜ ਨਾ ਕੀਨੋ ਕਛੂਆ। ਦਿਨ ਅਤੇ ਰਾਤ ਇਹ ਜਿਹੜਾ ਹੈ ਇੱਧਰ ਉੱਧਰ ਘੁੰਮਦਾ ਹੈ ਤੇ ਕਿਸੇ ਕੰਮ ਦੇ ਵਿੱਚ ਨਹੀਂ ਲੱਗਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਮਨ ਜਿਹੜਾ ਹੈ ਉਹ ਫਿਰ ਹੁਣ ਹੋਰਨਾਂ ਨੂੰ ਵੀ ਉਪਦੇਸ਼ ਦੇਣ ਲੱਗ ਪਿਆ, ਕਿਉਂਕਿ ਪਹਿਲਾਂ ਇਹ ਆਪ ਡਰਦਾ ਸੀ, ਪਰ ਜਦੋਂ ਇਹ ਉੱਪਰ ਵਾਲੇ ਪਾਸੇ ਨੂੰ ਤੁਰ ਪਿਆ, ਨਿਵਾਣ ਤੋਂ ਉੱਪਰ ਵਾਲੇ ਪਾਸੇ ਨੂੰ ਚੱਲ ਗਿਆ, ਤੇ ਹੁਣ ਇਹੀ ਮਨ ਸਤਸੰਗਤ ਦੇ ਵਿੱਚ ਜਿਹੜਾ ਸੀ ਉਹ ਟਿਕ ਗਿਆ ਤੇ ਇਹਨੇ ਕਛੂਆ ਵਾਲਾ ਸੁਭਾਅ ਜਿਹੜਾ ਸੀਗਾ ਉਹ ਦੂਰ ਕਰ ਦਿੱਤਾ। ਅੱਗੇ ਭਗਤ ਕਬੀਰ ਜੀ ਆਖਦੇ ਨੇ, ਬੰਸ ਕੋ ਪੂਤ ਬਿਹਾਨ ਚੱਲਿਆ, ਸੋਇਨੇ ਮੰਡਪ ਛਾਏ। ਹੁਣ ਭਗਤ ਕਬੀਰ ਜੀ ਜਿਹੜੀ ਹੈ ਮਨ ਦੀ ਅਵਸਥਾ ਦਾ ਅਗਲਾ ਜ਼ਿਕਰ ਸਾਡੇ ਸਨਮੁਖ ਕਰਦੇ ਨੇ ਕਿ ਬੰਸ ਕੋ ਪੂਤ ਬਿਹਾਨ ਚੱਲਿਆ, ਸੋਇਨੇ ਮੰਡਪ ਛਾਏ। ਬੰਸ ਕੋ ਪੂਤ ਦਾ ਅਰਥ ਹੈ ਮਾਇਆ ਦਾ ਪੁੱਤਰ। ਬੰਸ ਕੋ ਪੂਤ ਬਿਹਾਨ ਚੱਲਿਆ। ਹੁਣ ਇਹ ਮਾਇਆ ਦੇ ਵਿੱਚ ਵਿੜਿਆ ਹੋਇਆ, ਮਾਇਆ ਦੇ ਵਿੱਚ ਫਸਿਆ ਹੋਇਆ ਮਨੁੱਖ ਜਿਹੜਾ ਸੀਗਾ, ਹੁਣ ਇਹ ਚੰਗੀ ਬਿਰਤੀ ਨੂੰ ਵਿਆਉਣ ਵਾਸਤੇ ਚਲਾ ਗਿਆ। ਮਨ ਦੀ ਚੰਗੀ ਬਿਰਤੀ ਨੂੰ ਵਿਆਉਣ ਵਾਸਤੇ ਜਿਹੜਾ ਸੀ ਉਹ ਤੁਰ ਪਿਆ ਹੈ, ਕਿਉਂਕਿ ਵਿਕਾਰਾਂ ਦੇ ਵਿੱਚ ਫਸਿਆ ਹੋਇਆ, ਮਾਇਆ ਦਾ ਵਿੱਚ ਫਸਿਆ ਹੋਇਆ ਇਹ ਮਨ ਜਿਹੜਾ ਹੈ ਨਾ, ਇਹ ਚੰਗੇ ਕੰਮਾਂ ਵੱਲ ਪ੍ਰਵਿਰਤ ਨਹੀਂ ਹੁੰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਗੌੜ ਰਾਗ ਦੇ ਅੰਦਰ ਸਾਡੇ ਸਨਮੁਖ ਖਿਆਲ ਰੱਖਦੇ ਨੇ, ਪੰਜ ਪੂਤ ਜਣੇ ਇੱਕ ਮਾਏ। ਇੱਕ ਮਾਇਆ, ਇੱਕ ਮਾਇਆ ਦਾ ਅਰਥ ਹੈ ਮਾਇਆ ਜਿਹੜੀ ਹੈ ਉਹਦੇ ਪੁੱਤਰ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਤਪੁਜ ਖੇਲ ਕਰ ਜਗਤ ਵਿਆਏ। ਵੀ ਉਤਪੁਜ ਖੇਲ ਭਾਵ ਚਾਰ ਖਾਣੀਆਂ ਦੇ ਰਾਹੀਂ ਅੰਡਜ, ਜੇਰਜ, ਸੇਤਜ ਤੇ ਉਤਪੁਜ, ਇਸ ਖੇਲ ਦੇ ਰਾਹੀਂ ਇਹ ਜਗਤ ਜਿਹੜਾ ਹੈ ਉਹ ਵਿਆਪ ਰਿਹਾ ਹੈ, ਚੱਲ ਰਿਹਾ ਹੈ। ਤੀਨ ਗੁਣਾ ਕੀ ਸੰਗ ਰਚ ਰਹੇ, ਤੇ ਇਹ ਸੰਸਾਰ ਜਿਹੜਾ ਹੈ ਤਿੰਨ ਗੁਣ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਦੇ ਵਿੱਚ ਇਹ ਰਚਿਆ ਹੋਇਆ ਹੈ। ਇਨ ਕੋ ਛੋੜ ਉੱਪਰ ਜਨ ਵਸੇ। ਹੁਣ ਜਿਹੜੇ ਮਨੁੱਖ ਇਹਨਾਂ ਨੂੰ ਛੱਡ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਸੇਵਕ, ਉਹ ਹਰੀ ਦੇ ਪਿਆਰੇ ਉੱਪਰ ਜਨ ਵਸੇ, ਉਹ ਮਾਲਕ ਦੇ ਨਾਲ ਜੁੜ ਜਾਂਦੇ ਨੇ। ਉਹਨਾਂ ਦਾ ਮਨ ਹੀ ਮਾਲਕ ਦੇ ਨਾਲ ਜਿਹੜਾ ਹੈ ਉਹ ਜੁੜ ਜਾਂਦਾ ਹੈ। ਭਗਤ ਕਬੀਰ ਜੀ ਹੀ ਆਸਾ ਰਾਗ ਦੇ ਵਿੱਚ ਇੱਕ ਹੋਰ ਖਿਆਲ ਸਾਡੇ ਸਨਮੁਖ ਰੱਖਦੇ ਨੇ ਵੀ ਇਹ ਮਨ ਜਿਹੜਾ ਹੈ ਭੈੜੀ ਬਿਰਤੀ ਨੂੰ ਛੱਡ ਕਰਕੇ ਤੇ ਚੰਗੀ ਪ੍ਰਵਿਰਤੀ ਵੱਲ ਕਿਵੇਂ ਗਿਆ। ਇੱਕ ਵਿਆਹ ਦਾ ਦ੍ਰਿਸ਼ਟਾਂਤ ਜਿਹੜਾ ਹੈ ਉਹ ਇਸ ਬੰਦ ਦੇ ਵਿੱਚ ਵੀ ਕਰਦੇ ਨੇ ਤੇ ਆਸਾ ਰਾਗ ਦੇ ਇੱਕ ਹੋਰ ਪਾਵਨ ਬਚਨ ਵਿੱਚ ਵੀ ਸਾਡੇ ਸਨਮੁਖ ਰੱਖਦੇ ਨੇ। ਕਹਿੰਦੇ ਨੇ, ਪਹਿਲੀ ਕਰੂਪ ਕੁਜਾਦ ਕੁਲਖਣੀ, ਸਹੁਰੇ ਪਈਏ ਬੁਰੀ, ਅਬ ਕੀ ਸਰੂਪ ਸੁਜਾਨ ਸੁਲਖਣੀ, ਸਹਿਜੇ ਉਦਰ ਤਰੀ, ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, जुग जुग जीवो मेरी अब की धरी, रहाओ कहो कबीर जब लोहरी आई, वड्डी का सुहाग टरियो, लोहरी संग भई अब मेरे जेठी और धरियो। भगत कबीर जी कहते ने भी जिहड़ी मेरी पहला मन की भैड़ी विरती सी, जिहदे नाल मेरा मन पहला विआहया होया सी, ਉਹ ਕਰੂਪ ਭਾਵ ਭੈੜੀ ਰੂਪ ਦੀ ਸੀ, ਕੁਜਾਤ ਮਾੜੀ ਸੀ, ਕੁਲੱਖਣੀ ਸੀ, ਉਹਦੇ ਲੱਛਣ ਠੀਕ ਨਹੀਂ ਸਨ, ਸਹੁਰੇ ਪਈਏ ਬੁਰੀ। ਉਹਨੇ ਇਸ ਜਹਾਨ ਦੇ ਵਿੱਚ ਤੇ ਅਗਲੇ ਜਹਾਨ ਦੇ ਵਿੱਚ ਵੀ ਮੇਰਾ ਸਿਰ ਜਿਹੜਾ ਸੀ ਉਹਨੇ ਨੀਵਾਂ ਕਰ ਦੇਣਾ ਸੀ, ਮੇਰੇ ਸਿਰ ਨੂੰ ਉੱਚਾ ਨਹੀਂ ਸੀ ਚੁੱਕਣ ਦੇਣਾ, ਮੈਨੂੰ ਬੁਰਾ ਬਣਾਉਣਾ ਸੀ। ਪਰ ਕਹਿਣ ਲੱਗੇ ਹੁਣ ਉਹ ਮਨ ਜਿਹੜਾ ਹੈ ਭੈੜੀ ਵਿਰਤੀ ਦੇ ਵਿੱਚ ਜਦੋਂ ਨਿਕਲ ਗਿਆ ਤੇ ਕਹਿਣ ਲੱਗੇ ਹੁਣ ਕੀ ਹੋਇਆ, ਅਬ ਕੀ ਸਰੂਪ ਸੁਜਾਨ ਸੁਲੱਖਣੀ। ਹੁਣ ਜਿਹੜੀ ਮੇਰੀ ਮਨ ਦੀ ਅਵਸਥਾ ਹੈ ਉਹ ਸੋਹਣੀ ਬਣ ਗਈ, ਸੁਜਾਨ ਬਣ ਗਈ, ਚੰਗੀ ਗੁਣਾ ਵੱਲ ਬਣ ਗਈ, ਸਹਿਜੇ ਉਦਰ ਧਰੀ, ਤੇ ਸਹਿਜ ਦੇ ਵਿੱਚ ਟਿਕ ਗਈ ਹੈ।
ਭਲੀ ਸਰੀ ਮੂਈ ਮੇਰੀ ਪਹਿਲੀ ਪਰੀ। ਕਹਿਣ ਲੱਗੀ ਚੰਗਾ ਹੋ ਗਿਆ ਵੀ ਜਿਹੜੀ ਮੇਰੀ ਪਹਿਲੀ ਵਿਰਤੀ ਸੀਗੀ ਮਨ ਦੀ ਉਹ ਖਤਮ ਹੋ ਗਈ, ਤੇ ਹੁਣ ਜਿਹੜੀ ਮੇਰੀ ਮਨ ਦੀ ਅਵਸਥਾ ਹੈ, ਵਿਰਤੀ ਹੈ, ਕਹਿਣ ਲੱਗੀ ਉਹ ਸਦਾ ਹੀ ਜੀਵਤ ਰਹੇ, ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ। ਹੁਣ ਜਿਹੜੀ ਮੈਨੂੰ ਮਨ ਦੀ ਅਵਸਥਾ ਮਿਲੀ ਹੈ ਉਹ ਸਦਾ ਹੀ ਜਿੰਦੀ ਰਹੇ। ਕਹੋ ਕਬੀਰ ਜਬ ਲੋਹਰੀ ਆਈ ਵੱਡੀ ਕਾ ਸੁਹਾਗ ਟਰਿਓ। ਕਹਿਣ ਲੱਗੇ ਜਦੋਂ ਹੁਣ ਇਹ ਮੇਰੇ ਮਨ ਦੀ ਅਵਸਥਾ ਆ ਗਈ ਤੇ ਵੱਡੀ ਜਿਹੜੀ ਹੈ ਉਹ ਖਤਮ ਹੋ ਗਈ, ਉਹਦਾ ਸੁਹਾਗ ਭਾਵ ਉਹ ਖਤਮ ਹੋ ਗਈ। ਲੋਹਰੀ ਸੰਗ ਪਈ ਅਬ ਮੇਰੇ ਜੇਠੀ ਔਰ ਧਰਿਓ। ਤੇ ਭਗਤ ਕਬੀਰ ਜੀ ਕਹਿੰਦੇ ਨੇ ਇਹ ਮਨ ਦੀ ਅਵਸਥਾ ਹੈ, ਤੇ ਇਹ ਮਨ ਅਵਸਥਾ ਦੇ ਵਿੱਚੋਂ ਜੀਵ ਨਿਵਾਣ ਤੋਂ ਉੱਪਰ ਵੱਲ ਨੂੰ ਜਦੋਂ ਜਾਂਦਾ ਹੈ ਤੇ ਫਿਰ ਪਰਮੇਸ਼ਰ ਦੇ ਨਾਲ ਜਿਹੜਾ ਹੈ ਉਹ ਜੁੜ ਜਾਂਦਾ ਹੈ। ਅੱਗੇ ਭਗਤ ਕਬੀਰ ਜੀ ਇਸ ਪਾਵਨ ਬੰਚਨ ਵਿੱਚ ਕਹਿੰਦੇ ਨੇ ਰੂਪ ਕੰਨਿਆ ਸੁੰਦਰ ਬੇਦੀ ਸੱਸੇ ਸਿੰਘ ਗੁਣ ਗਾਏ। ਕਹਿਣ ਲੱਗੇ ਵੀ ਹੁਣ ਰੂਪ ਕੰਨਿਆ ਸੁੰਦਰ ਬੇਦੀ, ਉਹ ਜਿਹੜੀ ਰੂਪ ਕੰਨਿਆ ਜਿਹੜੀ ਸੀ ਭਾਵ ਚੰਗੀ ਵਿਰਤੀ ਜਿਹੜੀ ਸੀਗੀ, ਜਿਹੜੀ ਕੁਵਾਰੀ ਸੀ ਭਾਵ ਵਿਕਾਰਾਂ ਦੇ ਵਿੱਚੋਂ ਨਿਕਲੀ ਹੋਈ ਸੀ, ਭਾਵ ਜਿਹਨੂੰ ਵਿਕਾਰ ਨਹੀਂ ਸੀ ਲੱਗੇ, ਉਸ ਮਨ ਨੇ ਹਰੀ ਦੇ ਨਾਲ ਜੁੜੀ ਉਸ ਵਿਰਤੀ ਰੂਪ ਸੁੰਦਰ ਵਿਆਹ ਲਈ ਹੈ, ਜੋ ਵਿਕਾਰਾਂ ਵੱਲੋਂ ਕੁਵਾਰੀ ਹੈ। ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿੱਚ ਪੈਣ ਦੇ ਕਾਰਨ ਸਿਹਾ ਹੋਇਆ ਸੀਗਾ, ਤੇ ਹੁਣ ਜਿਹੜਾ ਹੈ ਉਹ ਮਨ ਨਿਰਭਉ ਹਰੀ ਦੇ ਗੁਣ ਗਾਉਣ ਲੱਗ ਪਿਆ। ਰੂਪ ਕੰਨਿਆ ਸੁੰਦਰ ਬੇਦੀ, ਹੁਣ ਜਿਹੜੀ ਹੈ ਉਹ ਰੂਪ ਕੰਨਿਆ ਭਾਵ ਚੰਗੀ ਬਿਰਤੀ ਜਿਹੜੀ ਹੈ ਮਨ ਦੀ ਅਵਸਥਾ ਬਣ ਗਈ, ਵਿਆਹੀ ਗਈ। ਤੇ ਹੁਣ ਜਿਹੜਾ ਮਨ ਪਹਿਲਾਂ ਵਿਕਾਰਾਂ ਦੇ ਵਿੱਚ ਪੈਣ ਦੇ ਕਾਰਨ ਸਹਿਮਿਆ ਹੋਇਆ ਸੀਗਾ, ਹੁਣ ਉਹ ਪਰਮੇਸ਼ਰ ਦੇ ਗੁਣ ਲੱਗ ਪਿਆ। ਸੱਸੇ ਸਿੰਘ ਗੁਣ ਗਾਏ, ਹੁਣ ਉਹ ਮਨ ਜਿਹੜਾ ਹੈ ਸਹਿਮਿਆ ਹੋਇਆ ਜਿਹੜਾ ਸੀ ਨਿਰਭਉ ਹੋ ਕੇ ਬਿਨਾਂ ਕਿਸੇ ਡਰੇ ਤੇ ਉਸ ਮਾਲਕ ਦੇ ਗੁਣ ਜਿਹੜੇ ਨੇ ਉਹ ਗਾਉਣ ਲੱਗ ਪਿਆ। ਤੇ ਭਗਤ ਕਬੀਰ ਜੀ ਅੱਗੇ ਆਖਦੇ ਨੇ ਅਖੀਰਲੇ ਬੰਦ ਦੇ ਵਿੱਚ ਕਹਿਤ ਕਬੀਰ ਸੁਨੋ ਰੇ ਸੰਤੋ ਕੀਟੀ ਪਰਬਤ ਖਾਇਆ। ਭਗਤ ਕਬੀਰ ਜੀ ਕਹਿੰਦੇ ਨੇ ਸੁਨੋ ਰੇ ਸੰਤੋ, ਐ ਸੰਤ ਜਨੋ ਸੁਣੋ। ਭਗਤ ਕਬੀਰ ਜੀ ਆਖਦੇ ਨੇ ਹੈ ਸੰਤ ਜਨੋ ਸੁਣੋ। ਹੁਣ ਨਿਮਰਤਾ ਨੇ ਜਿਹੜਾ ਹੈ ਉਹ ਹੰਕਾਰ ਨੂੰ ਮੁਕਾ ਦਿੱਤਾ ਹੈ, ਹੰਕਾਰ ਨੂੰ ਖਤਮ ਕਰ ਦਿੱਤਾ, ਕਿਉਂਕਿ ਕੀੜੀ ਜਿਹੜੀ ਹੈ ਇੱਥੇ ਨਿਮਰਤਾ ਦੇ ਪੱਖ ਦੇ ਵਿੱਚ ਆਇਆ ਸ਼ਬਦ, ਤੇ ਪਰਬਤ ਜਿਹੜਾ ਹੈ ਉਹ ਹੰਕਾਰ ਦੇ ਪੱਖ ਦੇ ਵਿੱਚ ਆਇਆ। ਭਾਵੇਂ ਕਿ ਆਪਾਂ ਇਹ ਹੰਕਾਰ ਦੀ ਗੱਲ ਤੇ ਨਿਮਰਤਾ ਦੀ ਗੱਲ ਸ਼ੁਰੂ ਦੇ ਵਿੱਚ ਵੀ ਕਰ ਦਿੱਤੀ, ਪਰ ਇੱਥੇ ਵੀ ਆਪਾਂ ਇਹੀ ਗੱਲ ਲਵਾਂਗੇ ਕਿ ਉਸ ਮਾਲਕ ਪਰਮੇਸ਼ਰ ਦੀ ਕਿਰਪਾ ਦੇ ਨਾਲ ਜਿਹੜੀ ਕੀੜੀ ਸੀ ਉਹਨੇ ਪਰਬਤ ਨੂੰ ਖਾ ਲਿਆ। ਭਾਵ ਨਿਮਰਤਾ ਨੇ ਜਿਹੜਾ ਸੀਗਾ ਉਹ ਹੰਕਾਰ ਨੂੰ ਜਿਹੜਾ ਸੀ ਉਹ ਮੁਕਾ ਦਿੱਤਾ, ਤੇ ਹੰਕਾਰ ਦੇ ਮੁੱਕਣ ਦੇ ਨਾਲ ਤੇ ਹੁਣ ਹੋਇਆ ਕਿ ਭਗਤ ਕਬੀਰ ਜੀ ਕਹਿੰਦੇ ਨੇ ਕਛੂਆ ਕਹੇ ਅੰਗਾਰ ਪੀ ਲੋਰੋ ਲੋਕੀ ਸ਼ਬਦ ਸੁਣਾਇਆ। ਭਗਤ ਕਬੀਰ ਜੀ ਕਹਿੰਦੇ ਨੇ ਕਛੂਆ ਕਹੇ ਅੰਗਾਰ ਪੀ ਲੋਰੋ, ਜਿਹੜਾ ਕਛੂਆ ਭਾਵ ਕੂਰਾਪਨ ਸੀਗਾ, ਭਗਤ ਕਬੀਰ ਜੀ ਕਹਿੰਦੇ ਨੇ ਉਹ ਵੀ ਕਹਿੰਦਾ ਹੈ ਅੰਗਾਰ ਦਾ ਅਰਥ ਹੈ ਨਿੱਘ ਪਿਆਰ। ਹੁਣ ਉਹ ਜਿਹੜਾ ਕਛੂਆ ਜਿਹੜਾ ਸੀਗਾ ਕੋਰਾਪਨ ਮਨ ਦਾ ਸੀਗਾ ਉਹ ਖਤਮ ਹੋ ਗਿਆ। ਹੁਣ ਉਹ ਮਨ ਕਹਿੰਦਾ ਹੈ ਵੀ ਮੈਨੂੰ ਸੇਕ ਚਾਹੀਦਾ ਹੈ, ਨਿੱਘ ਚਾਹੀਦਾ ਹੈ, ਭਾਵ ਮੈਨੂੰ ਪਿਆਰ ਚਾਹੀਦਾ ਹੈ। ਉਹ ਵੀ ਹੁਣ ਪਿਆਰ ਲੋੜਨ ਲੱਗ ਪਿਆ ਮਨ। ਤੇ ਫਿਰ ਹੋਇਆ ਕਿ ਲੋਕੀ ਸ਼ਬਦ ਸੁਣਾਇਆ। ਲੋਕੀ ਇੱਕ ਜੀਵ ਹੈ ਜੋ ਹਨੇਰੇ ਦੇ ਵਿੱਚ ਰਹਿੰਦਾ ਹੈ, ਜਿਹਨੂੰ ਗੁੱਤੀ ਆਖਦੇ ਹਨ। ਗੁੱਤੀ ਜੋ ਹਨੇਰੇ ਵਿੱਚ ਰਹਿੰਦੀ ਹੈ ਤੇ ਬਾਕੀਆਂ ਨੂੰ ਡੰਗ ਮਾਰਦੀ ਹੈ। ਹੁਣ ਭਗਤ ਕਬੀਰ ਜੀ ਕਹਿਣ ਲੱਗੇ ਵੀ ਜਦੋਂ ਪਰਮੇਸ਼ਰ ਦੇ ਨਾਲ ਮਨ ਜੁੜ ਗਿਆ ਤੇ ਫਿਰ ਕੀ ਹੋਇਆ ਵੀ ਹੁਣ ਮਨ ਦਾ ਉਹ ਕੋਰਾਪਨ ਖਤਮ ਹੋ ਗਿਆ। ਮਨ ਦਾ ਕੋਰਾਪਨ ਖਤਮ ਹੋਣ ਦੇ ਨਾਲ ਹੁਣ ਮਨ ਕੀ ਕਹਿੰਦਾ ਮੈਨੂੰ ਨਿੱਘ ਚਾਹੀਦਾ ਹੈ, ਭਾਵ ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣਾਂ ਦਾ ਚਾਹਵਾਨ ਹੈ, ਤੇ ਮੈਂ ਕਿਸੇ ਦਾ ਭਲਾ ਕਰਾਂ।
ਜਿਹੜਾ ਪਹਿਲਾਂ ਮਨ ਕਿਸੇ ਦਾ ਬੁਰਾ ਚਿੱਤਦਾ ਸੀ ਉਹ ਹੁਣ ਖਤਮ ਹੋ ਗਿਆ, ਤੇ ਉਹ ਖਤਮ ਹੋ ਕੇ ਹੁਣ ਕੀ ਕਰਨਾ ਪਿਆ, ਲੋਕੀ ਸ਼ਬਦ ਸੁਣਾਇਆ। ਹੁਣ ਉਹ ਗੁਰੂ ਦਾ ਸ਼ਬਦ ਜਿਹੜਾ ਹੈ ਹੋਰਨਾਂ ਨੂੰ ਵੀ ਸੁਣਾਉਂਦਾ ਹੈ। ਭਾਵ ਹੁਣ ਹੋਰਨਾਂ ਦੇ ਵੀ ਭਲੇ ਦੇ ਵਿੱਚ ਲੱਗ ਗਿਆ। ਜਿਹੜਾ ਪਹਿਲਾਂ ਬੁਰਾ ਕਿਸੇ ਦਾ ਚਿੱਤਦਾ ਸੀ, ਕਿਸੇ ਵਾਸਤੇ ਬੁਰਾ ਲੋਚਦਾ ਸੀ, ਉਹੀ ਮਨ ਹੁਣ ਬੁਰਾ ਲੋਚਣਾ ਖਤਮ ਹੋ ਗਿਆ ਤੇ ਹੁਣ ਕਿਸੇ ਦਾ ਭਲਾ ਜਿਹੜਾ ਹੈ ਉਹ ਲੋਚਣ ਲੱਗ ਪਿਆ। ਭਗਤ ਕਬੀਰ ਜੀ ਨੇ ਇਸ ਸਮੁੱਚੇ ਸ਼ਬਦ ਦੇ ਅੰਦਰ ਜੋ ਸਾਡੇ ਸਨਮੁਖ ਵਿਚਾਰ ਰੱਖੇ ਨੇ, ਉਹ ਮਨ ਦੇ ਰੱਖੇ ਨੇ ਕਿ ਮਨ ਜਿਹੜਾ ਹੈ ਉਹ ਜਦੋਂ ਨਿਵਾਣ ਤੋਂ ਉੱਪਰ ਚਲੇ ਜਾਂਦਾ ਹੈ ਤੇ ਫਿਰ ਉਹਦੀ ਮਨ ਦੀ ਅਵਸਥਾ ਜਿਹੜੀ ਹੈ ਉਹ ਵਧੀਆ ਬਣ ਜਾਂਦੀ ਹੈ, ਉਹ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ। ਉਹਦੇ ਅੰਦਰੋਂ ਵਿਕਾਰੀ ਬਿਰਤੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਜਿਸ ਨੂੰ ਭਗਤ ਕਬੀਰ ਜੀ ਨੇ ਵੱਖ-ਵੱਖ ਜੀਵਾਂ ਦਾ ਖਿਆਲ ਦੇ ਕਰਕੇ ਉਦਾਹਰਨਾਂ ਦੇ ਕੇ, ਵੀ ਹਾਥੀ ਦੇ ਵਿੱਚ ਹੰਕਾਰ, ਬਲਦ ਦੇ ਵਿੱਚ ਆਲਸਪੁਣਾ, ਕਊਆਂ ਦੇ ਵਿੱਚ ਇੱਧਰ ਉੱਧਰ ਵਿਸ਼ਟਾ ਦੇ ਵਿੱਚ ਮੂੰਹ ਮਾਰਨਾ, ਗਧਾ ਜਿਹੜਾ ਹੈ ਉਹਦੇ ਔਗਣ, ਭੈਂਸੇ ਦੇ ਔਗਣ, ਉਹ ਮਨੁੱਖ ਦੇ ਮਨ ਜਦੋਂ ਨਿਭਾਉਣ ਵਾਲੇ ਵਿੱਚ ਹੈ ਤੇ ਉਸ ਵੇਲੇ ਨੇ, ਤੇ ਜਦੋਂ ਉਹ ਉਸ ਪਰਮੇਸ਼ਰ ਦੇ ਨਾਲ ਜੁੜ ਕੇ ਮਨ ਉੱਪਰ ਹੋ ਜਾਂਦਾ ਹੈ ਤੇ ਮਨ ਨੂੰ, ਇਸ ਮਨ ਦੇ ਵਿੱਚ ਮਿੱਠੇ ਅੰਬਾਂ ਵਰਗੇ ਰਸ ਜਿਹੜਾ ਹੈ ਉਹ ਆਉਣ ਲੱਗ ਪੈਂਦਾ ਹੈ। ਇਹ ਮਾੜੀਆਂ ਪ੍ਰਵਿਰਤੀਆਂ ਨੂੰ ਛੱਡ ਕਰਕੇ ਤੇ ਇਹ ਚੰਗੇ ਪਾਸੇ ਤੁਰ ਪੈਂਦਾ ਹੈ, ਤੇ ਚੰਗੇ ਪਾਸੇ ਤੁਰਿਆ ਹੋਇਆ ਫਿਰ ਇਹ ਜੀਵ ਦਾ ਮਨ ਜਿਹੜਾ ਹੈ ਉਹ ਕਿਸੇ ਨੂੰ ਬੁਰਾ ਨਹੀਂ ਕਰਦਾ, ਸਗੋਂ ਇਹ ਕਿਸੇ ਦਾ ਭਲਾ ਸੋਚਣ ਲੱਗ ਪੈਂਦਾ ਹੈ। ਇਹ ਮਨ ਦੀ ਇੱਕ ਅਵਸਥਾ ਭਗਤ ਕਬੀਰ ਜੀ ਨੇ ਸਾਡੇ ਸਨਮੁਖ ਰੱਖੀ ਹੈ। ਸਤਿਗੁਰ ਕਿਰਪਾ ਕਰੇ ਇਹ ਮਨ ਜਿਹੜਾ ਚੰਚਲਤਾ ਦੇ ਵਿੱਚ ਫਸਿਆ ਹੋਇਆ, ਵਿਕਾਰਾਂ ਦੇ ਵਿੱਚ ਫਸਿਆ ਹੋਇਆ, ਹਮੇਸ਼ਾ ਨਿਵਾਣ ਵਾਲੇ ਪਾਸੇ ਨੂੰ ਤੁਰਦਾ ਹੈ। ਅਸੀਂ ਵੀ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਸ਼ਬਦ ਦੇ ਰਾਹੀਂ ਜੁੜ ਕਰਕੇ ਇਸ ਮਨ ਨੂੰ ਪਰਮੇਸ਼ਰ ਭਾਵ ਉਚਾਈ ਵਾਲੇ ਪਾਸੇ ਲੈ ਜਾਈਏ। ਫਿਰ ਇਹ ਸਾਡਾ ਮਨ ਸਾਡੇ ਵਾਸਤੇ ਵੀ ਤੇ ਹੋਰਨਾਂ ਵਾਸਤੇ ਵੀ ਇਹ ਭਲਾ ਸੋਚਣ ਲੱਗ ਪਏਗਾ। ਇਤਨੀਆਂ ਕੁ ਬੇਨਤੀਆਂ ਕੁਰਬਾਨ ਕਰਨੀਆਂ। ਸ਼ਬਦ ਬਹੁਤ ਡੂੰਘੇ ਤਲ ਦਾ ਹੈ, ਜਿਹਨੂੰ ਸਮਝਣਾ ਸੌਖਾ ਜਿਹਾ ਨਹੀਂ ਹੈ, ਬੜਾ ਔਖਾ ਹੈ। ਜਿੰਨੀ ਕੁ ਸਮਝ ਸੀ ਉਸ ਦੇ ਮੁਤਾਬਕ ਮੈਂ ਆਪ ਜੀ ਦੇ ਸਨਮੁਖ ਇਸ ਸ਼ਬਦ ਦੀ ਵਿਚਾਰ ਰੱਖ ਸਕਿਆ। ਹੋਈ ਭੁੱਲ ਚੁੱਕ ਦੀ ਖਿਮਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ, ਵਾਹਿਗੁਰੂ